ਹੈਲੋ ਪ੍ਰੇਜ਼ ਦ ਲਾਰਡ ਸ਼ਾਲੋਮ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਇੱਕ ਵਾਰ ਫਿਰ ਅਸੀਂ ਪਰਮ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਤੁਹਾਡੇ ਸਨਮੁਖ ਆ ਸਕੀਏ। ਔਰ ਮੈਂ ਧੰਨਵਾਦ ਕਰਦਾ ਪਰਮੇਸ਼ਰ ਪਿਤਾ ਦਾ ਜੋ ਲਗਾਤਾਰ ਆਪਣੇ ਵਚਨਾਂ ਦੇ ਪ੍ਰਕਾਸ਼ ਦੇ ਵਿੱਚ ਸਾਨੂੰ ਚਲਾ ਰਿਹਾ। ਔਰ ਪਰਮੇਸ਼ਰ ਦਾ ਵਚਨ ਔਰ ਸੱਚਮੁੱਚ ਜਦੋਂ ਵਚਨ ਘੱਲਦਾ ਹੈ ਤੇ ਉਹ ਸੱਚਮੁੱਚ ਆਉਣ ਵਾਲੀ ਤਬਾਹੀ ਤੋਂ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਮੈਂ ਧੰਨਵਾਦ ਕਰਦਾ ਪਰਮ ਪਿਤਾ ਪਰਮੇਸ਼ਰ ਦਾ ਜਿਸ ਨੇ ਅੱਜ ਇਹ ਮੌਕਾ ਬਖਸ਼ਿਆ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਤੁਹਾਡੇ ਸਨਮੁਖ ਆ ਸਕੀਏ। ਔਰ ਮੈਂ ਬੇਨਤੀ ਕਰਦਾ ਕਿ ਵਚਨ ਬੜੇ ਧਿਆਨ ਨਾਲ ਸੁਣੋ ਤੇ ਪੂਰਾ ਸੁਣੋ ਔਰ ਪਰਮੇਸ਼ਰ ਦੇ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਪਰਮੇਸ਼ਰ ਦਾ ਵਚਨ ਜਦੋਂ ਆਉਂਦਾ ਹੈ ਤੁਹਾਡੇ ਨਾਲ ਤੇ ਸਾਡੇ ਨਾਲ ਗੱਲ ਕਰਦਾ ਹੈ। ਪਰਮੇਸ਼ਰ ਅੱਜ ਵੀ ਆਪਣੇ ਵਚਨਾਂ ਦੇ ਰਾਹੀਂ ਆਪਣੇ ਲੋਕਾਂ ਨਾਲ ਗੱਲ ਕਰਦਾ ਹੈ। ਬਹੁਤ ਵਾਰ ਬਹੁਤ ਸਾਰੇ ਲੋਕ ਪੁੱਛਦੇ ਨੇ, ਸਵਾਲ ਹੁੰਦਾ ਹੈ ਕਿ ਪਰਮੇਸ਼ਰ ਸਾਡੇ ਨਾਲ ਗੱਲ ਕਿਉਂ ਨਹੀਂ ਕਰਦਾ। ਤੇ ਮੈਂ ਇਹ ਗੱਲ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਪਰਮੇਸ਼ਰ ਨਾਲ ਤੁਸੀਂ ਗੱਲ ਕਰਦੇ ਹੋ, ਪਰ ਜਦੋਂ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਆਪਣੇ ਵਚਨ ਦੇ ਦੁਆਰਾ ਗੱਲ ਕਰਦਾ ਹੈ। ਔਰ ਅੱਜ ਵੀ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਗੱਲ ਕਰੇਗਾ, ਮੇਰਾ ਵਿਸ਼ਵਾਸ ਹੈ। ਔਰ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਵਾਂਗੇ। ਹਿਜ਼ਕੀਏਲ ਦੀ ਕਿਤਾਬ ਉਸਦਾ 36 ਚੈਪਟਰ, ਜਦੋਂ ਅਸੀਂ 36 ਅਧਿਆਏ ਦੀ 26 ਤੇ 27 ਵਚਨ ਦੇ ਵਿੱਚ ਜਾਂਦੇ ਹਾਂ। ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਬਹੁਤ ਹੀ ਖੂਬਸੂਰਤੀ ਨਾਲ ਸਾਨੂੰ ਬਿਆਨ ਕਰਦਾ ਹੈ ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਹਾਡੇ ਮਾਂਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਤੇ ਮਾਂਸ ਦਾ ਦਿਲ ਤੁਹਾਨੂੰ ਬਖਸ਼ਾਂਗਾ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਵਿਧੀਆਂ ਉੱਤੇ ਚਲਾਵਾਂਗਾ ਅਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਉੱਤੇ ਅਮਲ ਕਰੋਗੇ। ਮੈਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦਾ ਕਿਉਂਕਿ ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਕੁਝ ਸਾਡੇ ਅੰਦਰੋਂ ਕੱਢਣ ਵਾਸਤੇ ਕਹਿ ਰਿਹਾ ਹੈ ਤੇ ਕੁਝ ਸਾਡੇ ਅੰਦਰ ਨਵਾਂ ਪਾਉਣ ਵਾਸਤੇ ਗੱਲ ਕਰ ਰਿਹਾ ਹੈ। ਪੁਰਾਣੀ ਚੀਜ਼ ਜੋ ਸਾਡੇ ਅੰਦਰੋਂ ਪਰਮੇਸ਼ਰ ਕੱਢ ਰਿਹਾ ਹੈ ਔਰ ਕੁਝ ਨਵਾਂ ਸਾਡੇ ਜੀਵਨ ਦੇ ਵਿੱਚ ਲਿਆ ਰਿਹਾ ਹੈ। ਜਦੋਂ ਪਰਮੇਸ਼ਰ ਕੁਝ ਨਵਾਂ ਦੇਣਾ ਚਾਹੁੰਦਾ ਹੈ ਤੇ ਸਾਡੇ ਵਿੱਚੋਂ ਪੁਰਾਣਾ ਜ਼ਰੂਰ ਕੱਢੇਗਾ। ਉਹ ਚੀਜ਼ਾਂ ਜਿਹੜੀਆਂ ਪੁਰਾਣੀਆਂ ਨੇ, ਉਹ ਚੀਜ਼ਾਂ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਸਾਡੇ ਪਰਮੇਸ਼ਰ ਨਾਲੋਂ ਸਾਨੂੰ ਅਲੱਗ ਕਰਦੀਆਂ ਨੇ ਜਾਂ ਪਰਮੇਸ਼ਵਰ ਦੀ ਉਸ ਆਗਿਆ ਨੂੰ ਪੂਰਾ ਕਰਨ ਲਈ ਜੋ ਪ੍ਰੋਬਲਮ ਦਾ ਕਾਰਨ ਹਨ, ਉਹਨਾਂ ਚੀਜ਼ਾਂ ਨੂੰ ਪਰਮੇਸ਼ਰ ਕੱਢਦਾ। ਇਸ ਜਗ੍ਹਾ ਤੇ ਪਰਮੇਸ਼ਰ ਗੱਲ ਕਰ ਰਿਹਾ ਇੱਕ ਨਵੇਂ ਦਿਲ ਦੀ। ਪਰਮੇਸ਼ਰ ਕਹਿੰਦੇ ਨੇ ਕਿ ਮੈਂ ਤੁਹਾਨੂੰ ਇੱਕ ਨਵਾਂ ਦਿਲ ਦੇਵਾਂਗਾ ਔਰ ਨਵਾਂ ਆਤਮਾ ਦੇਵਾਂਗਾ। ਇਹ ਸਵਾਲ ਇਹ ਉੱਠਦਾ ਹੈ ਕਿ ਪੁਰਾਣੇ ਦਿਲ ਦੇ ਵਿੱਚ ਤੇ ਪੁਰਾਣੇ ਆਤਮਾ ਦੇ ਵਿੱਚ ਕੀ ਪ੍ਰੋਬਲਮ ਹੈ। ਪਰਮੇਸ਼ਰ ਦਾ ਵਚਨ ਸਾਨੂੰ ਖੂਬਸੂਰਤੀ ਨਾਲ ਇਸ ਚੀਜ਼ ਨੂੰ ਬਿਆਨ ਕਰਦਾ ਹੈ ਕਿ ਪੁਰਾਣੇ ਜੀਵਨ ਦੇ ਵਿੱਚ, ਪੁਰਾਣੀ ਇਨਸਾਨੀਅਤ ਦੇ ਵਿੱਚ ਜਦੋਂ ਅਸੀਂ ਬਾਈਬਲ ਨੂੰ ਪੂਰੀ ਤਰ੍ਹਾਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਪੁਰਾਣੀ ਇਨਸਾਨੀਅਤ ਦੇ ਵਿੱਚ, ਪੁਰਾਣੇ ਸੁਭਾਅ ਦੇ ਵਿੱਚ, ਉਹਨਾਂ ਪੁਰਾਣੀਆਂ ਗੱਲਾਂ ਦੇ ਵਿੱਚ ਜੋ ਪੁਰਾਣੇ ਜੀਵਨ ਦੇ ਵਿੱਚ ਹੈ, ਉਹ ਸਭ ਕੁਝ ਪਰਮੇਸ਼ਵਰ ਦੀ ਇੱਛਾ ਤੋਂ ਉਲਟ ਹੈ, ਪਰਮੇਸ਼ਵਰ ਦੀ ਮਰਜ਼ੀ ਤੋਂ ਉਲਟ ਹੈ। ਜੋ ਕੁਝ ਵੀ ਪਰਮੇਸ਼ਵਰ ਚਾਹੁੰਦੇ ਨੇ ਉਸ ਤੋਂ ਬਿਲਕੁਲ ਅਲੱਗ ਜੀਵਨ, ਉਹ ਭਿੰਨ ਜੀਵਨ ਹੈ ਜੋ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਨਹੀਂ ਕਰਦਾ। ਬਾਈਬਲ ਯਿਸੂ ਮਸੀਹ ਨੇ ਜਿਵੇਂ ਨਵੇਂ ਨਿਯਮ ਦੇ ਵਿੱਚ ਆਖਿਆ ਹੈ ਕਿ ਬਿਲਕੁਲ ਸਪਸ਼ਟਤਾ ਨਾਲ ਦੱਸਦੀ ਹੈ ਕਿ ਜੋ ਕੁਝ ਮਨੁੱਖ ਦੇ ਦਿਲ ਵਿੱਚੋਂ ਬਾਹਰ ਆਉਂਦਾ ਹੈ ਉਸ ਨੂੰ ਭ੍ਰਿਸ਼ਟ ਕਰਦਾ ਹੈ, ਕਿਉਂਕਿ ਹਰ ਤਰ੍ਹਾਂ ਦਾ ਬੁਰਾ ਵਿਚਾਰ, ਬੁਰੀਆਂ ਭਾਵਨਾਵਾਂ, ਬੁਰੇ ਖਿਆਲ, ਚੋਰੀ, ਹੱਤਿਆ, ਵਿਚਾਰ, ਹਰ ਚੀਜ਼ ਜੋ ਪਾਪ ਦੇ ਰੂਪ ਵਿੱਚ ਅਸੀਂ ਵੇਖਦੇ ਹਾਂ ਉਹ ਸਭ ਕੁਝ ਮਨੁੱਖ ਦੇ ਦਿਲ ਵਿੱਚੋਂ ਬਾਹਰ ਆਉਂਦਾ ਹੈ। ਔਰ ਦਿਲ ਦੇ ਵਿੱਚ ਹੀ ਸਭ ਤੋਂ ਵੱਡੀ ਪ੍ਰੋਬਲਮ ਅੱਜ ਅਸੀਂ ਵੇਖ ਰਹੇ ਹਾਂ ਸੰਸਾਰ ਦੇ ਵਿੱਚ। ਜਿਹੜਾ ਅੱਜ ਵਿਅਕਤੀ ਹੈ ਉਹ ਹਰ ਵਿਅਕਤੀ ਆਪਣੇ ਦਿਲ ਤੋਂ ਧੋਖਾ ਖਾਂਦਾ ਹੈ। ਬਾਣੀ ਦੇ ਵਿੱਚ ਲਿਖਿਆ ਹੈ, ਦਿਲ ਰੱਜ ਕੇ ਖਰਾਬ ਤੇ ਧੋਖੇਬਾਜ਼ ਹੈ। ਦਿਲ ਨੂੰ ਹੀ ਅੱਜ ਅਸੀਂ ਦੇਖਦੇ ਹਾਂ ਕਿ ਤਬਦੀਲ ਕਰਨ ਦੀ ਲੋੜ ਹੈ। ਪਰ ਇਸ ਜਗ੍ਹਾ ਤੇ ਪਰਮੇਸ਼ਰ ਕਹਿੰਦੇ ਕਿ ਮਾਂਸ ਦੇ ਦਿਲ ਵਿੱਚੋਂ ਮੈਂ ਇੱਕ ਪੱਥਰ ਦਾ ਦਿਲ ਕੱਢ ਦੇਵਾਂਗਾ। ਅਸੀਂ ਜਾਣਦੇ ਹਾਂ ਕਿ ਸਾਡੇ ਦਿਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪੱਥਰ ਨਹੀਂ ਹੁੰਦਾ, ਕੋਈ ਸਟੋਨ ਨਹੀਂ ਹੁੰਦਾ। ਅਸੀਂ ਜਾਣਦੇ ਹਾਂ ਫਿਜ਼ੀਕਲੀ ਅਗਰ ਗੱਲ ਕਰੀਏ ਤਾਂ ਸਟੋਨ ਜਿਹੜਾ ਹੈਗਾ ਦਿਲ ਦੇ ਵਿੱਚ ਨਹੀਂ ਹੁੰਦਾ। ਪਰ ਅਸੀਂ ਵੇਖਦੇ ਹਾਂ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਦਿਲ ਇੰਨੇ ਹਾਰਡ ਹੋ ਚੁੱਕੇ ਨੇ, ਇੰਨੇ ਸਖਤ ਹੋ ਚੁੱਕੇ ਨੇ। ਸਖਤ ਦਿਲੀ ਦੇ ਬਾਰੇ ਬਾਈਬਲ ਦੇ ਵਿੱਚ ਸਪਸ਼ਟਤਾ ਨਾਲ ਪਰਮੇਸ਼ਰ ਉਲਾਂਭਾ ਦਿੰਦਾ ਹੈ ਕਿ ਕਿਵੇਂ ਲੋਕ ਆਪਣੇ ਅੱਜ ਸਖਤ ਦਿਲੀ ਦੇ ਕਾਰਨ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਪਛਾਣਦੇ। ਔਰ ਇੱਕ ਜਗ੍ਹਾ ਤੇ ਪਰਮੇਸ਼ਰ ਦਾ ਵਚਨ, ਇੱਕ ਜਗ੍ਹਾ ਤੇ ਨਹੀਂ ਬਹੁਤ ਜਗ੍ਹਾ ਤੇ ਪਰਮੇਸ਼ਰ ਦਾ ਵਚਨ ਆਖਦਾ ਕਿ ਜਦ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਅਸੀਂ ਵੇਖਦੇ ਹਾਂ ਕਿ ਅੱਜ ਵੀ ਬਹੁਤ ਸਾਰੇ ਹਿਰਦੇ ਨੇ ਜਿਹੜੇ ਪਰਮੇਸ਼ਰ ਲਈ ਕਠੋਰ ਨੇ, ਜਿਨ੍ਹਾਂ ਨੇ ਆਪਣੇ ਦਿਲ ਨੂੰ ਹਾਰਡ ਕੀਤਾ ਹੋਇਆ ਹੈ, ਯਾਨੀ ਕਿ ਉਹ ਇੱਕ ਪੱਥਰ ਦੇ ਸਮਾਨ ਆਪਣੇ ਦਿਲ ਨੂੰ ਬਣਾ ਲੈਂਦੇ ਨੇ ਔਰ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਨਹੀਂ ਕਰ ਪਾਉਂਦੇ, ਪਰਮੇਸ਼ਰ ਦੀ ਇੱਛਾ ਨੂੰ, ਪਰਮੇਸ਼ਰ ਦੀ ਪਲੈਨਿੰਗ ਨੂੰ ਸਮਝ ਨਹੀਂ ਪਾਉਂਦੇ, ਕਿਉਂਕਿ ਉਹਨਾਂ ਨੇ ਆਪਣੇ ਦਿਲ ਹਾਰਡ ਕੀਤੇ ਨੇ। ਦੂਜੇ ਪਾਸੇ ਅਸੀਂ ਵੇਖਦੇ ਹਾਂ ਕਿ ਸੰਸਾਰ 'ਚ ਉਸੇ ਸਖਤ ਦਿਲੀ ਦੇ ਕਾਰਨ, ਉਸੇ ਆਪਣੇ ਦਿਲ ਦੇ ਹਾਰਡ ਹੋਣ ਦੇ ਕਾਰਨ ਹੀ ਲੋਕ ਅੱਜ ਬੜੀ ਆਸਾਨੀ ਦੇ ਨਾਲ ਦੂਜਿਆਂ ਦਾ ਕਤਲ ਕਰ ਦਿੰਦੇ ਨੇ, ਦੂਜਿਆਂ ਦੀ ਪਰਵਾਹ ਨਹੀਂ ਕਰਦੇ, ਕਿਸੇ ਦਾ ਵੀ ਉਹ ਅਪਮਾਨ ਕਰ ਦਿੰਦੇ ਨੇ, ਕਿਸੇ ਨੂੰ ਵੀ ਉਹ ਠੇਸ ਪਹੁੰਚਾ ਦਿੰਦੇ ਨੇ। ਅੱਜ ਇਸੇ ਕਰਕੇ ਸੰਸਾਰ ਦੇ ਵਿੱਚ ਹਰ ਮਨੁੱਖ ਜਦੋਂ ਆਪਣੇ ਦਿਲ ਨੂੰ ਬਹੁਤ ਸਟਰੋਂਗ
ਵਾਂਗ ਬਹੁਤ ਹਾਰਡ ਕੀਤੇ ਹੋਏ ਹੈ, ਬਹੁਤ ਹੀ ਸਖਤ ਬਣਾਏ ਹੋਏ ਆ, ਪੱਥਰ ਵਰਗਾ ਦਿਲ ਬਣਾ ਕੇ ਬੈਠੇ ਨੇ। ਇਸ ਲਈ ਉਹਨਾਂ ਦੇ ਅੰਦਰ ਰਹਿਮ ਔਰ ਦਇਆ ਤੇ ਤਰਸ ਤੇ ਪਿਆਰ ਦੀ ਭਾਵਨਾ ਨਜ਼ਰ ਨਹੀਂ ਆਉਂਦੀ। ਪਰਮੇਸ਼ਵਰ ਅੱਜ ਵੀ ਮਨੁੱਖਾਂ ਨੂੰ ਜਦੋਂ ਵੇਖਦੇ ਨੇ ਤਾਂ ਉਹ ਉਹਨਾਂ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਵੇਖ ਕੇ ਪਰਮੇਸ਼ਵਰ ਇਹ ਚਾਹੁੰਦੇ ਨੇ ਕਿ ਇਹ ਨਵੇਂ ਬਣ ਜਾਣ। ਪਰਮੇਸ਼ਵਰ ਦੇ ਵਚਨ 'ਚ ਇਸ ਲਈ ਲਿਖਿਆ, ਜਦ ਤੱਕ ਕੋਈ ਨਵੇਂ ਸਿਰਿਓਂ ਪੈਦਾ ਨਹੀਂ ਹੋਵੇਗਾ ਉਹ ਪਰਮੇਸ਼ਵਰ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਮੇਰੇ ਅਜ਼ੀਜ਼ੋ, ਪਰਮੇਸ਼ਵਰ ਦੀ ਬਾਦਸ਼ਾਹੀ ਵਿੱਚ ਜਾਣ ਲਈ ਸਾਨੂੰ ਇੱਕ ਨਵੇਂ ਦਿਲ ਤੇ ਇੱਕ ਨਵੇਂ ਆਤਮਾ ਦੀ ਜ਼ਰੂਰਤ ਹੈ। ਨਵੇਂ ਦਿਲ ਤੇ ਨਵੇਂ ਆਤਮਾ ਦੀ ਹੀ ਕਿਉਂ ਜ਼ਰੂਰਤ ਹੈ? ਕਿਉਂਕਿ ਜਦੋਂ ਅਸੀਂ 27 ਵਚਨ ਨੂੰ ਪੜ੍ਹਿਆ ਤਾਂ ਲਿਖਿਆ ਕਿ ਪਰਮੇਸ਼ਵਰ ਤੁਹਾਡੇ ਵਿੱਚ ਜਦੋਂ ਆਪਣਾ ਆਤਮਾ ਦੇਵੇਗਾ, ਜਾਂ ਤੁਹਾਡੇ ਦਿਲ ਨੂੰ ਨਵਾਂ ਕਰੇਗਾ, ਜਾਂ ਤੁਹਾਨੂੰ ਇੱਕ ਨਵਾਂ ਰੂਹ ਦੇਵੇਗਾ, ਤਾਂ ਫਿਰ ਆਖਦਾ ਹੈ ਕਿ ਮੈਂ ਤੁਹਾਨੂੰ ਆਪਣੀਆਂ ਵਿਧੀਆਂ ਉੱਤੇ ਚਲਾਵਾਂਗਾ। ਤੁਸੀਂ ਪਰਮੇਸ਼ਵਰ ਦੀਆਂ ਵਿਧੀਆਂ ਤੇ ਅਗਰ ਚੱਲਣਾ ਹੈ, ਤੁਹਾਨੂੰ ਇੱਕ ਨਵੇਂ ਆਤਮਾ ਤੇ ਤੁਹਾਨੂੰ ਇੱਕ ਨਵੇਂ ਦਿਲ ਦੀ ਜ਼ਰੂਰਤ ਪੈਂਦੀ ਹੈ। ਅਤੇ ਲਿਖਿਆ ਹੈ ਤੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਉੱਤੇ ਅਮਲ ਕਰੋਗੇ। ਦੇਖੋ, ਪੁਰਾਣਾ ਜਿਹੜਾ ਦਿਲ ਹੈ ਉਹ ਪਰਮੇਸ਼ਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤੇ ਨਾ ਉਹਨਾਂ ਤੇ ਅਮਲ ਕਰਦਾ ਹੈ। ਪੁਰਾਣਾ ਰੂਹ ਪਰਮੇਸ਼ਰ ਦੀਆਂ ਵਿਧੀਆਂ ਤੇ ਨਹੀਂ ਚੱਲਦਾ। ਜਿਹੜਾ ਵਿਅਕਤੀ ਪਰਮੇਸ਼ਰ ਦੀਆਂ ਵਿਧੀਆਂ ਤੇ, ਉਹਦੇ ਕਾਨੂੰਨਾਂ ਤੇ, ਉਹਦੇ ਨਿਯਮਾਂ ਨੂੰ ਨਹੀਂ ਮੰਨਦਾ, ਇਸੇ ਕਾਰਨ ਪਰਮੇਸ਼ਰ ਤੁਹਾਨੂੰ ਇੱਕ ਨਵਾਂ ਦਿਲ ਤੇ ਨਵਾਂ ਆਤਮਾ ਦੇਣ ਦੀ ਗੱਲ ਕਰਦੇ ਹਨ। ਔਰ ਪਰਮੇਸ਼ਰ ਇਹ ਚਾਹੁੰਦੇ ਨੇ ਕਿ ਤੁਸੀਂ ਆਪਣੇ ਅੰਦਰ ਇੱਕ ਨਵਾਂ ਦਿਲ, ਇੱਕ ਨਵਾਂ ਆਤਮਾ ਲੈ ਲਵੋ। ਕਿਉਂ? ਕਿਉਂਕਿ ਪੁਰਾਣੇ ਦੇ ਵਿੱਚ ਕੀ ਪ੍ਰੋਬਲਮ ਹੈ? ਅਸੀਂ ਇੱਕ ਜਗ੍ਹਾ ਤੇ ਹੋਰ ਪੜ੍ਹ ਲਵਾਂਗੇ। ਪਤਰਸ ਦੀ ਪਹਿਲੀ ਕਿਤਾਬ ਦੇ 1:14 ਆਇਤ ਦੇ ਵਿੱਚ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਹੈ, ਤੇ ਆਗਿਆਕਾਰੀ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਬਾਈਬਲ ਸਾਨੂੰ ਸਪਸ਼ਟਤਾ ਨਾਲ ਕਹਿੰਦੀ ਹੈ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਕੋਲੋਂ ਨਵਾਂ ਦਿਲ ਤੇ ਨਵਾਂ ਆਤਮਾ ਪਾਏ ਹੋਏ ਨਹੀਂ ਹੈ, ਨਵਾਂ ਆਤਮਾ ਪਵਿੱਤਰ ਆਤਮਾ ਨੂੰ ਕਿਹਾ ਗਿਆ ਹੈ। ਨਵਾਂ ਦਿਲ ਜਦੋਂ ਪਰਮੇਸ਼ਵਰ ਸਾਨੂੰ ਦਿੰਦੇ ਨੇ ਤਾਂ ਸਾਨੂੰ ਇੱਕ ਨਵੀਂ ਸ੍ਰਿਸ਼ਟੀ ਦੇ ਰੂਪ ਵਿੱਚ ਪਰਮੇਸ਼ਵਰ ਬਣਾਉਂਦੇ ਨੇ। ਪਰਮੇਸ਼ਵਰ ਸਾਡੇ ਅੰਦਰ ਇੱਕ ਨਵਾਂ ਆਤਮਾ, ਨਵਾਂ ਦਿਲ ਉਤਪੰਨ ਕਰਨ ਦੀ ਗੱਲ ਕਰਦੇ ਨੇ। ਔਰ ਇਸ ਦੇ ਸਬਬ ਵਿੱਚ ਵੇਖਦੇ ਹਾਂ ਕਿ ਆਗਿਆਕਾਰੀ ਬੱਚਿਆਂ ਵਾਂਗੂ, ਹੁਣ ਅਸੀਂ ਆਗਿਆਕਾਰੀ ਦੀ ਗੱਲ ਕਰਦੇ ਹਾਂ। ਜਿਹੜੇ ਆਗਿਆਕਾਰ ਬੱਚੇ ਨੇ ਉਹ ਪਰਮੇਸ਼ਵਰ ਦੇ ਉਹੀ ਆਗਿਆਕਾਰ ਬੱਚੇ ਨੇ ਜਿਨ੍ਹਾਂ ਨੇ ਨਵਾਂ ਦਿਲ ਤੇ ਨਵਾਂ ਰੂਹ ਪਾਇਆ ਹੈ। ਕਿਉਂਕਿ ਜਿਹੜਾ ਪੁਰਾਣਾ ਮਨੁੱਖ ਹੈ, ਪੁਰਾਣਾ ਦਿਲ ਹੈ, ਨਾ ਤਾਂ ਉਹ ਪਰਮੇਸ਼ਵਰ ਦੇ ਨਿਯਮਾਂ ਨੂੰ ਸਮਝਦਾ, ਨਾ ਪਰਮੇਸ਼ਵਰ ਦੇ ਪਿਆਰ ਨੂੰ ਸਮਝਦਾ ਤੇ ਨਾ ਪਰਮੇਸ਼ਵਰ ਦੀਆਂ ਹੋਰ ਗੱਲਾਂ ਦੀ ਉਹ ਪਰਵਾਹ ਕਰਦਾ ਹੈ। ਪਰ ਬਾਈਬਲ ਦੱਸਦੀ ਹੈ ਕਿ ਉਸਦੇ ਅੰਦਰ ਇੱਕ ਅਣ ਆਗਿਆਕਾਰੀ ਹੈ। ਔਰ ਜਦੋਂ ਅਸੀਂ ਅੱਜ ਵੀ ਪੜ੍ਹਦੇ ਤਾਂ ਪਰਮੇਸ਼ਵਰ ਦਾ ਵਚਨ ਇਹ ਆਖਦਾ ਹੈ ਕਿ ਪਰਮੇਸ਼ਵਰ ਦਾ ਕ੍ਰੋਧ ਅਣ ਆਗਿਆਕਾਰੀਆਂ ਦੇ ਉੱਤੇ ਹੈ। ਅਣ ਆਗਿਆਕਾਰ ਲੋਕ ਜਿਹੜੇ ਪਰਮੇਸ਼ਵਰ ਦੀ ਆਗਿਆ ਦਾ ਉਲੰਘਣ ਕਰਦੇ ਨੇ। ਅਸੀਂ ਸ਼ੁਰੂ ਤੋਂ ਵੇਖ ਸਕਦੇ ਹਾਂ, ਆਦਮ ਤੇ ਹਵਾ ਨੇ ਜਦੋਂ ਪਾਪ ਕੀਤਾ, ਪਰਮੇਸ਼ਰ ਦੀ ਆਗਿਆ ਦਾ ਉਲੰਘਣ ਕੀਤਾ, ਔਰ ਉਸੇ ਕਾਰਨ ਜਿੰਨੇ ਵੀ ਲੋਕ ਆਦਮ ਵਿੱਚ ਪੈਦਾ ਹੋਏ ਉਹ ਸਭ ਉਲੰਘਣ ਕਰਨ ਵਾਲੇ ਹੀ ਪੈਦਾ ਹੋਏ। ਕਿਉਂਕਿ ਲਿਖਿਆ, ਇੱਕ ਦੁਆਰਾ ਹੀ ਪਾਪ ਜਗਤ 'ਚ ਆਇਆ ਸੀ ਔਰ ਪਾਪ ਦੇ ਦੁਆਰਾ ਮੌਤ ਆਈ ਤੇ ਸਭਨਾਂ ਵਿੱਚ ਉਸਨੇ ਰਾਜ ਕੀਤਾ, ਕਿਉਂਕਿ ਸਭਨਾਂ ਨੇ ਪਾਪ ਕੀਤਾ ਹੈ। ਸਭਨਾਂ ਦੇ ਅੰਦਰ ਅਣ ਆਗਿਆਕਾਰੀ ਦਾ ਰੂਹ ਹੈ। ਹਰ ਇੱਕ ਦੇ ਅੰਦਰ ਇੱਕ ਸਖਤ ਦਿਲ ਹੈ ਜੋ ਪਰਮੇਸ਼ਰ ਦੇ ਨਿਯਮਾਂ, ਉਹਦੇ ਪਿਆਰ ਤੇ ਉਹਦੀਆਂ ਵਿਧੀਆਂ ਨੂੰ ਨਹੀਂ ਸਮਝਦਾ। ਮੇਰੇ ਅਜ਼ੀਜ਼ੋ, ਜਦੋਂ ਪਰਮੇਸ਼ਵਰ ਜਗ੍ਹਾ ਤੇ ਗੱਲ ਕਰਦੇ ਨੇ ਕਿ ਹੁਣ ਤੁਸੀਂ ਆਗਿਆਕਾਰ ਬੱਚਿਆਂ ਵਾਂਗੂ ਚੱਲਣਾ ਹੈ, ਤੇ ਨਾਲ ਇਹ ਵੀ ਕਹਿੰਦੇ ਨੇ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਕੋਲੋਂ ਨਵਾਂ ਦਿਲ ਤੇ ਨਵਾਂ ਰੂਹ ਪਾਏ ਹੋਏ ਨਹੀਂ ਸੀ ਤਾਂ ਅਸੀਂ ਅਗਿਆਨਤਾ ਦੇ ਵਿੱਚ ਸਾਂ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਇੰਨੀ ਵੱਡੀ ਅਗਿਆਨਤਾ ਦੇ ਵਿੱਚ ਸਾਂ, ਐਡੇ ਵੱਡੇ ਹਨੇਰੇ ਦੇ ਵਿੱਚ ਸਾਂ ਜਿਸ ਨੂੰ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਸ਼ਬਦਾਂ ਦੇ ਵਿੱਚ ਬਿਆਨ ਕਰਨਾ ਸੰਭਵ ਹੈ। ਅਸੀਂ ਸਭ ਦੇ ਸਭ ਹਨੇਰੇ ਵਿੱਚ ਸੀ। ਅਗਿਆਨਤਾ ਦਾ ਦੂਜਾ ਰੂਪ ਅਸੀਂ ਹਨੇਰਾ ਵੀ ਕਹਿ ਸਕਦੇ ਹਾਂ। ਅਸੀਂ ਹਨੇਰੇ ਤੋਂ ਚਾਨਣ ਵਿੱਚ ਸੱਦੇ ਗਏ ਹਾਂ। ਜਦੋਂ ਅਸੀਂ ਅਗਿਆਨਤਾ ਦੇ ਵਿੱਚ ਸਾਂ ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਨੇ ਜਗਤ ਦੇ ਮੂਰਖਾਂ ਨੂੰ ਚੁਣਿਆ ਹੈ। ਜਗਤ ਦੇ ਮੂਰਖਾਂ ਨੂੰ, ਯਾਦ ਰੱਖੀਏ, ਅਸੀਂ ਜਦੋਂ ਅਗਿਆਨਤਾ ਦੇ ਵਿੱਚ ਸਾਂ ਅਸੀਂ ਮੂਰਖ ਸਾਂ, ਪਰ ਪਰਮੇਸ਼ਰ ਨੇ ਹੁਣ ਸਾਨੂੰ ਮੂਰਖ ਰਹਿਣ ਲਈ ਨਹੀਂ ਪਰੰਤੂ ਬੁੱਧੀਮਾਨ ਹੋਣ ਦੇ ਲਈ ਚੁਣ ਲਿਆ ਹੈ। ਪਰਮੇਸ਼ਰ ਨੇ ਸਾਨੂੰ ਸਿਆਣਪ ਦੇ ਵਿੱਚ ਅੱਗੇ ਵਧਣ ਲਈ ਚੁਣ ਲਿਆ ਹੈ। ਇਸ ਲਈ ਬਾਈਬਲ ਕਹਿੰਦੀ ਹੈ ਕਿ ਹੁਣ ਤੁਸੀਂ ਅੱਗੇ ਸਿਆਣਪ ਦੇ ਵਿੱਚ ਵੱਧਦੇ ਜਾਓ, ਸਿੱਧਤਾ ਦੇ ਵਿੱਚ ਵੱਧਦੇ ਜਾਓ, ਕਾਬਿਲਤਾ ਦੇ ਵਿੱਚ ਵੱਧਦੇ ਜਾਓ, ਤਾਂ ਕਿ ਅਸੀਂ ਉਸਦੇ ਯੋਗ ਸੰਤਾਨ ਬਣ ਸਕੀਏ। ਔਰ ਇਸ ਲਈ ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਪਹਿਲੇ ਅਗਿਆਨਤਾ ਦੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਸਰੀਰ ਦੀਆਂ, ਆਤਮਾ ਦੀਆਂ ਕਾਮਨਾਵਾਂ ਦੇ ਅਨੁਸਾਰ ਦਿਨ ਕੱਟਦੇ ਸਾਂ। ਜਦੋਂ ਅਸੀਂ ਮਸੀਹ ਵਿੱਚ ਨਹੀਂ ਸਾਂ ਤਾਂ ਜਿਵੇਂ ਸਾਨੂੰ ਸਰੀਰ ਚਲਾਉਂਦਾ ਸੀ ਅਸੀਂ ਉਵੇਂ ਚੱਲਦੇ ਸਾਂ। ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਦੀ ਸੰਤਾਨ ਹੁਣ ਉਹ ਹਨ ਜੋ ਆਤਮਾ ਦੇ ਚਲਾਈ ਚੱਲਦੇ ਹਨ। ਸੋ ਮੇਰੇ ਅਜ਼ੀਜ਼ੋ, ਬਾਈਬਲ ਦੱਸਦੀ ਹੈ ਕਿ ਪੁਰਾਣੇ ਆਤਮਾ ਦੇ ਵਿੱਚ ਤੇ ਪੁਰਾਣੇ ਦਿਲ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਉਹ ਪ੍ਰੋਬਲਮ ਹੈ ਕਿ ਉਹ ਨਾ ਤਾਂ ਪਰਮੇਸ਼ਰ ਦੇ ਪਿਆਰ ਨੂੰ ਸਮਝਦਾ ਹੈ, ਨਾ ਤਾਂ ਉਹਦੀ ਆਗਿਆਕਾਰੀ ਕਰਦਾ ਹੈ, ਤੇ ਨਾ ਹੀ ਉਹ ਪਰਮੇਸ਼ਰ ਦੇ ਨਿਯਮਾਂ ਤੇ ਕਾਨੂੰਨਾਂ ਤੇ ਵਿਧੀਆਂ
ਨੂੰ ਜਾਣਦਾ ਹੈ ਤੇ ਨਾ ਹੀ ਉਹਨਾਂ ਤੇ ਅਮਲ ਕਰਦਾ ਹੈ। ਪਰ ਜਿਹੜਾ ਨਵਾਂ ਰੂਹ ਤੇ ਨਵਾਂ ਦਿਲ ਦਿੱਤਾ ਜਾਂਦਾ ਹੈ, ਜਿਵੇਂ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਦਾਊਦ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਮੇਰੇ ਅੰਦਰ ਨਵੇਂ ਸਿਰਿਓਂ, ਮਹਾਨ ਪਿਤਾ ਮੇਰੇ ਅੰਦਰ ਨਵੇਂ ਸਿਰਿਓਂ ਉਸ ਆਤਮਾ ਨੂੰ ਉਤਪੰਨ ਕਰ, ਮੈਨੂੰ ਨਵਾਂ ਦਿਲ ਦੇ। ਜਿਵੇਂ ਕਿ ਉਹ ਪ੍ਰਾਰਥਨਾ ਕਰਦਾ ਹੈ ਕਿ ਪਰਮੇਸ਼ਰ ਮੇਰੇ ਤੋਂ ਪਵਿੱਤਰ ਆਤਮਾ ਨਾਲ ਲੈ, ਮੈਨੂੰ ਮੇਰੇ ਅੰਦਰ ਨਵੇਂ ਸਿਰਿਓਂ ਤੋਂ ਉਸ ਨੂੰ ਉਤਪੰਨ ਕਰ। ਸੋ ਉਸ ਦੀ ਜਿਹੜੀ ਪ੍ਰਾਰਥਨਾ ਹੈ, ਉਸ ਦੇ ਸਰੂਪ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਉਸ ਦੀ ਪ੍ਰਾਰਥਨਾ ਦੇ ਸਬਬ ਦੇ ਵਿੱਚ ਉਹ ਅੱਗੇ ਕੀ ਕਹਿੰਦੇ ਨੇ। ਪਰਮੇਸ਼ਰ ਦੇ ਵਚਨ ਜਦੋਂ ਅਸੀਂ ਜ਼ਬੂਰਾਂ ਦੀ ਪੋਥੀ ਅਸੀਂ ਉਸ ਦਾ 42 ਦੇ ਅਤੇ ਉਹਦੀ 1 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ 42 ਜ਼ਬੂਰ ਦੇ ਵਿੱਚ, ਜਿਵੇਂ ਹਿਰਨੀ ਪਾਣੀਆਂ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀ ਹੀ ਪਰਮੇਸ਼ਵਰ ਤੇਰੇ ਲਈ ਤਰਸਦਾ ਹੈ। ਤੁਸੀਂ ਜਾਣਦੇ ਹੋ ਕਿ ਇਸ ਨਵੇਂ ਦਿਲ ਵਿੱਚ ਤੇ ਨਵੀਂ ਆਤਮਾ ਦੇ ਵਿੱਚ ਕੀ ਫਰਕ ਹੈ ਪੁਰਾਣੇ ਨਾਲੋਂ। ਬਾਈਬਲ ਦੱਸਦੀ ਹੈ ਕਿ ਜਿਹੜਾ ਨਵਾਂ ਦਿਲ ਪਰਮੇਸ਼ਰ ਤੋਂ ਮਿਲਦਾ ਹੈ, ਜਿਹੜਾ ਨਵਾਂ ਰੂਹ ਪਰਮੇਸ਼ਰ ਤੋਂ ਮਿਲਦਾ ਹੈ, ਉਹਦੀ ਤੜਫ, ਉਹਦਾ ਜਿਹੜਾ ਧਿਆਨ ਹੈ ਉਹ ਪਰਮੇਸ਼ਰ ਦੇ ਵੱਲ ਹੈ, ਉਹਦੀ ਪੂਰੀ ਅਟੈਂਸ਼ਨ ਪਰਮੇਸ਼ਰ ਦੇ ਵੱਲ ਹੈ। ਦਾਊਦ ਕਹਿੰਦਾ ਹੈ, ਜਿਵੇਂ ਉਹ ਮਿਸਾਲ ਦੇ ਤੌਰ ਤੇ ਕਹਿੰਦਾ ਹੈ ਕਿ ਜਿਵੇਂ ਹਿਰਨੀਆਂ ਜਿਹੜੀਆਂ ਪਾਣੀ ਲਈ ਪਿਆਸੀਆਂ ਹਨ, ਤੇ ਤਿਵੇਂ ਹੀ ਮੇਰਾ ਜਿਹੜਾ ਜੀ ਹੈ ਉਹ ਪਰਮੇਸ਼ਰ ਲਈ ਤਰਸਦਾ ਹੈ। ਤਾਂ ਤੁਹਾਡੇ ਵਿੱਚੋਂ ਕਿੰਨੇ ਜਨ ਹਨ ਜਿਨ੍ਹਾਂ ਦਾ ਪਰਮੇਸ਼ਰ ਲਈ ਐਵੇਂ ਜੀ ਤਰਸਦਾ ਹੈ? ਦਾਊਦ ਕਹਿੰਦਾ, ਮੈਂ ਸਵੇਰ ਤੋਂ ਹੀ ਪਰਮੇਸ਼ਰ ਦਾ ਖੋਜੀ ਬਣ ਜਾਂਦਾ ਹਾਂ। ਉਹ ਪਰਮੇਸ਼ਰ ਨੂੰ ਹੀ ਢੂੰਡਦਾ ਹੈ, ਔਰ ਰਾਤ ਦੇ ਸਮੇਂ ਵੀ ਜਦੋਂ ਬਿਸਤਰ ਤੇ ਜਾਂਦਾ ਹੈ ਤੇ ਆਖਦਾ ਹੈ ਕਿ ਜਦੋਂ ਮੈਂ ਰਾਤ ਨੂੰ ਸੌਂਦਾ ਹਾਂ ਤਾਂ ਖੁਦਾਵੰਦ ਮੈਂ ਤੇਰੇ ਹੀ ਖਿਆਲਾਂ ਦੇ ਵਿੱਚ ਆਪਣੇ ਆਪ ਨੂੰ ਰੱਖਦਾ, ਮੈਂ ਤੇਰੇ ਹੀ ਖਿਆਲਾਂ ਦੇ ਵਿੱਚ ਪਾਉਂਦਾ ਹਾਂ। ਤੁਸੀਂ ਜਾਣਦੇ ਹੋ ਕਿ ਦਾਊਦ ਪਰਮੇਸ਼ਰ ਨੂੰ ਪ੍ਰੇਮ ਕਰਦਾ ਹੈ। ਕਿਵੇਂ ਪ੍ਰੇਮ ਕਰਦਾ ਹੈ? ਕਿਉਂਕਿ ਉਸ ਦਾ ਰੂਹ, ਉਸ ਦਾ ਜੀ ਪਰਮੇਸ਼ਵਰ ਲਈ ਤਰਸਦਾ ਹੈ। ਜਿਹੜੇ ਨਵਾਂ ਦਿਲ ਪਾਏ ਹੋਏ, ਨਵਾਂ ਰੂਹ ਪਾਏ ਹੋਏ ਲੋਕ ਨੇ, ਉਹ ਹਰ ਸਮੇਂ ਪਰਮੇਸ਼ਵਰ ਦੇ ਵੱਲ ਤੱਕਦੇ ਰਹਿੰਦੇ ਨੇ। ਉਹ ਪਰਮੇਸ਼ਵਰ ਵਿੱਚ ਖੁਸ਼ੀ ਮਨਾਉਂਦੇ ਨੇ, ਉਹ ਪਰਮੇਸ਼ਵਰ ਦੇ ਵਿੱਚ ਹੀ ਆਨੰਦ ਮਨਾਉਂਦੇ ਨੇ, ਉਹ ਪਰਮੇਸ਼ਵਰ ਦੇ ਵਿੱਚ ਦਿਨ ਰਾਤ ਆਪਣਾ ਧਿਆਨ ਲਗਾਈ ਰੱਖਦੇ ਨੇ। ਜਿਵੇਂ ਜ਼ਬੂਰ ਪਹਿਲੇ ਦੇ ਵਿੱਚ ਲਿਖਿਆ ਕਿ ਧਰਮੀ ਬੰਦਾ ਉਸ ਦਰਖਤ ਦੀ ਤਰ੍ਹਾਂ ਹੈ ਜਿਹੜਾ ਨਦੀਆਂ ਦੇ ਕੰਢੇ ਉੱਤੇ ਲੱਗਿਆ ਹੋਇਆ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਜੋ ਸਮੇਂ ਸਿਰ ਫਲ ਦਿੰਦਾ ਹੈ। ਮੇਰੇ ਅਜ਼ੀਜ਼ੋ, ਧਰਮੀ ਬੰਦਾ ਉਹ ਵਿਅਕਤੀ ਹੈ ਜਿਹਦਾ ਧਿਆਨ ਦਿਨ ਰਾਤ ਪਰਮੇਸ਼ਰ ਦੀ ਉਪਸਥਿਤੀ ਦੇ ਵਿੱਚ ਹੈ, ਔਰ ਜਿਹੜਾ ਹਮੇਸ਼ਾ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਲਈ ਸੋਚਦਾ ਹੈ, ਜਿਹੜਾ ਹਰ ਵੇਲੇ ਪਰਮੇਸ਼ਵਰ ਦੀ ਮਰਜ਼ੀ ਨੂੰ ਢੂੰਡਦਾ ਹੈ ਔਰ ਪਰਮੇਸ਼ਵਰ ਦੇ ਪਿਆਰ ਨੂੰ ਆਪਣੇ ਦਿਲ ਵਿੱਚ ਭਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਨਵਾਂ ਦਿਲ ਹੀ ਪਰਮੇਸ਼ਵਰ ਦੇ ਪਿਆਰ ਨੂੰ ਸਮਝ ਸਕਦਾ ਹੈ। ਤੁਸੀਂ ਜਾਣਦੇ ਹੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਪੁਰਾਣੀਆਂ ਮਸ਼ਕਾਂ ਦੇ ਵਿੱਚ ਨਵੀਂ ਮੈਂ ਨਹੀਂ ਪਾਈਦੀ। ਪੁਰਾਣੀਆਂ ਮਸ਼ਕਾਂ ਫਟ ਜਾਂਦੀਆਂ ਨੇ। ਕਿਉਂ ਫਟ ਜਾਂਦੀਆਂ ਨੇ? ਤੁਸੀਂ ਜਾਣਦੇ ਹੋ ਅਕਸਰ ਪੁਰਾਣੀਆਂ ਮਸ਼ਕਾਂ ਦੀ ਜਦੋਂ ਗੱਲ ਕੀਤੀ ਜਾਂਦੀ, ਮਸ਼ਕ ਜਿਹੜੀ ਉਹ ਚਮੜੇ ਦੀ ਬਣੀ ਹੁੰਦੀ ਸੀ, ਔਰ ਤੁਸੀਂ ਬਾਈਬਲ ਦੇ ਵਿੱਚੋਂ ਪੜ੍ਹ ਸਕਦੇ ਹੋ ਕਿ ਉਹ ਪੁਰਾਣੀ ਮਸ਼ਕ ਜਿਹੜੀ ਹੈ ਉਸ ਦੇ ਵਿੱਚ ਨਵੀਂ ਮੈਂ ਕਿਉਂ ਨਹੀਂ ਪੈਂਦੀ। ਯਿਸੂ ਮਸੀਹ ਨੇ ਕਿਹਾ ਜੇ ਉਸ ਨੂੰ ਪਾਵਾਂਗੇ ਤਾਂ ਉਹ ਫਟ ਜਾਏਗੀ ਤੇ ਮੈਂ ਉਸ ਦੇ ਵਿੱਚੋਂ ਬਹਿ ਜਾਏਗੀ। ਸੋ ਇਸ ਲਈ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਇੱਕ ਮਿਸਾਲ ਦੇ ਤੌਰ ਤੇ ਅਸੀਂ ਅਗਰ ਤੇ ਬਾਈਬਲ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਕਿਉਂ ਇਸ ਤਰ੍ਹਾਂ ਕਿਹਾ ਗਿਆ? ਕਿਉਂਕਿ ਉਹ ਮਸ਼ਕ ਜਿਹੜੀ ਹਾਰਡ ਹੋ ਚੁੱਕੀ ਹੈ ਔਰ ਉਹਦੀ ਸਖਤੀ ਦੇ ਕਾਰਨ, ਕਿਉਂਕਿ ਉਹ ਸਖਤ ਹੋ ਚੁੱਕਾ ਹੈ ਚਮੜਾ, ਔਰ ਜਦੋਂ ਉਸ ਦੇ ਵਿੱਚ ਲਚਕਤਾ ਨਹੀਂ ਹੈ ਤੇ ਉਹ ਕੀ ਕਰੇਗੀ? ਉਸ ਨੂੰ ਆਪਣੇ ਅੰਦਰ ਕੀ ਨਹੀਂ ਰੱਖ ਸਕਦੀ, ਮੈਂ ਇਹਨੂੰ ਰਿਜ਼ਰਵ ਨਹੀਂ ਕਰ ਸਕਦੀ। ਪਰ ਜਿਹੜੀ ਨਵੀਂ ਮੈਂ ਹੈ ਉਸ ਦੇ ਅੰਦਰ ਲਚਕਤਾ ਹੈ ਔਰ ਉਹ ਆਪਣੇ ਆਪ ਨੂੰ ਜੋ ਉਸ ਦੇ ਅੰਦਰ ਪਾਇਆ ਜਾਂਦਾ ਉਸ ਦੇ ਅਨੁਸਾਰ ਢਾਲ ਲੈਂਦੀ ਹੈ। ਇਸੇ ਤਰ੍ਹਾਂ ਮੇਰੇ ਅਜ਼ੀਜ਼ੋ, ਜਿਹੜਾ ਦਿਲ ਪਰਮੇਸ਼ਰ ਤੋਂ, ਜਿਸਦਾ ਰੂਹ ਪਰਮੇਸ਼ਰ ਤੋਂ ਮਿਲਦਾ ਹੈ, ਉਹ ਵੀ ਪਰਮੇਸ਼ਰ ਦੀ ਆਗਿਆ ਨੂੰ ਮੰਨਣ ਲਈ, ਪਰਮੇਸ਼ਰ ਦੀ ਆਗਿਆ ਦਾ, ਉਸਦੇ ਨਿਯਮਾਂ ਦਾ, ਉਸਦੇ ਕਾਨੂੰਨ ਦਾ, ਉਸ ਨੂੰ ਪਾਲਣਾ ਕਰਨ ਲਈ, ਉਸ 'ਤੇ ਅਮਲ ਕਰਨ ਲਈ ਉਸੇ ਤਰ੍ਹਾਂ ਆਪਣੇ ਆਪ ਨੂੰ ਉਸਦੇ ਸਾਂਚੇ ਦੇ ਵਿੱਚ ਜਿਸ ਤਰ੍ਹਾਂ ਦਾ ਪਰਮੇਸ਼ਰ ਬਣਾਉਣਾ ਚਾਹੁੰਦਾ ਹੈ ਉਸੇ ਤਰ੍ਹਾਂ ਢਲ ਜਾਂਦਾ ਹੈ। ਮੇਰੇ ਅਜ਼ੀਜ਼ੋ, ਜਿਹੜਾ ਨਵਾਂ ਦਿਲ ਪਾਇਆ ਹੋਇਆ ਵਿਅਕਤੀ ਹੈ ਉਹ ਕਦੀ ਵੀ ਪਰਮੇਸ਼ਰ ਨੂੰ ਕਿਉਂ ਕਰਕੇ ਜਾਂ ਪਰਮੇਸ਼ਰ ਤੋਂ ਕੋਈ ਸਵਾਲ ਪੁੱਛ ਕੇ ਨਹੀਂ ਕਰੇਗਾ, ਕਿੰਤੂ ਪਰੰਤੂ ਨਹੀਂ ਕਰੇਗਾ, ਪਰ ਜੋ ਪਰਮੇਸ਼ਰ ਕਹਿੰਦਾ ਹੈ ਉਹੀ ਕਰੇਗਾ। ਤੁਸੀਂ ਪੜ੍ਹ ਸਕਦੇ ਹੋ ਪਰਮੇਸ਼ਰ ਦੇ ਉਹਨਾਂ ਸਾਰੇ ਨਬੀਆਂ ਦੇ ਬਾਰੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਬੜੇ ਬੜੇ ਹੁਕਮ ਦਿੱਤੇ ਤੇ ਉਹਨਾਂ ਨੇ ਉਸ ਨੂੰ ਪੂਰਾ ਕਰਨ ਲਈ ਪਰਮੇਸ਼ਰ ਦੇ ਅੱਗੇ ਢਿੱਲ ਨਹੀਂ ਕੀਤੀ। ਨੂਹ ਨੂੰ ਪਰਮੇਸ਼ਰ ਨੇ ਜਹਾਜ਼ ਬਣਾਉਣ ਨੂੰ, ਇੱਕ ਬੇੜਾ ਬਣਾਉਣ ਨੂੰ ਕਿਹਾ। ਬੇਸ਼ੱਕ ਉਸ ਨੂੰ ਬਣਾਉਣ ਲਈ 100 ਸਾਲ ਲੱਗਿਆ, ਪਰ ਉਸਨੇ ਪਰਮੇਸ਼ਰ ਦੀ ਆਗਿਆ ਦਾ ਪਾਲਨ ਕੀਤਾ। ਇਬਰਾਹਿਮ ਨੂੰ ਪਰਮੇਸ਼ਵਰ ਨੇ ਜੋ ਕਿਹਾ ਕਿ ਤੂੰ ਆਪਣਾ ਘਰ-ਬਾਰ ਨਗਰ ਛੱਡ ਕੇ ਤੂੰ ਤੁਰ ਜਾ, ਤੇ ਉਸਨੇ ਉਸੇ ਵਕਤ ਉਸਦੀ ਆਗਿਆ ਦਾ ਪਾਲਨ ਕੀਤਾ, ਉਲੰਘਣ ਨਹੀਂ ਕੀਤਾ। ਜਾਣਦਾ ਨਹੀਂ ਸੀ ਕਿੱਥੇ ਜਾਣਾ ਹੈ, ਪਰ ਫਿਰ ਵੀ ਪਰਮੇਸ਼ਰ ਦੀ ਆਗਿਆ ਦਾ ਪਾਲਨ ਕੀਤਾ। ਜਿਹੜੇ ਲੋਕ ਪਰਮੇਸ਼ਰ ਦੇ ਕੋਲੋਂ ਉਸ ਦੀ ਆਗਿਆ ਨੂੰ ਪਾਉਂਦੇ ਨੇ, ਉਸ ਦੇ ਨਿਯਮਾਂ ਤੇ ਉਸ ਦੀਆਂ ਵਿਧੀਆਂ ਤੇ ਚੱਲਦੇ ਨੇ, ਉਹ ਕਦੀ ਵੀ ਕਿੰਤੂ ਪਰੰਤੂ ਕਰਕੇ ਪਰਮੇਸ਼ਰ ਤੋਂ ਸਵਾਲ ਨਹੀਂ ਪੁੱਛਦੇ, ਪਰ ਉਹ ਹਮੇਸ਼ਾ ਉਸ ਦੀ ਆਗਿਆ ਦਾ ਪਾਲਨ ਕਰਦੇ ਨੇ ਤੇ ਉਸ ਦਾ ਪ੍ਰਤੀਫਲ ਵੱਡਾ ਹੁੰਦਾ ਹੈ। ਮੇਰੇ ਅਜ਼ੀਜ਼ੋ, ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਜਦੋਂ ਦੂਜਾ ਕਰੰਥੀਆਂ 5 ਦੀ 17 ਆਇਤ ਨੂੰ ਪੜ੍ਹਦੇ ਹਾਂ ਤਾਂ ਇੱਥੇ ਲਿਖਿਆ ਹੈ, ਸੋ ਜੋ ਕੋਈ ਮਸੀਹ ਵਿੱਚ ਹੈ
ਤਾਂ ਉਹ ਨਵੀਂ ਸ੍ਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਸਭ ਨਵੀਆਂ ਹੋ ਗਈਆਂ ਹਨ। ਬਾਈਬਲ ਦੱਸਦੀ ਹੈ ਕਿ ਜਿਹੜੇ ਪ੍ਰਭੂ ਵਿੱਚ ਹਨ ਉਹ ਨਵੀਂ ਸ੍ਰਿਸ਼ਟੀ ਹਨ, ਪੁਰਾਣੀਆਂ ਗੱਲਾਂ ਬੀਤ ਗਈਆਂ ਹਨ। ਮੇਰੇ ਅਜ਼ੀਜ਼ੋ, ਜਦੋਂ ਅਸੀਂ ਪੁਰਾਣੇ ਦਿਲ ਦੇ ਨਾਲ, ਪੁਰਾਣੇ ਰੂਹ ਦੇ ਨਾਲ ਚੱਲਦੇ ਸਾਂ ਤਾਂ ਅਸੀਂ ਪਰਮੇਸ਼ਵਰ ਦੇ ਵਿੱਚ ਨਵੇਂ ਨਹੀਂ ਸੀ। ਅਸੀਂ ਉਸ ਦੀਆਂ ਆਗਿਆਵਾਂ ਦੇ ਵਿੱਚ, ਉਸ ਦੀਆਂ ਵਿਧੀਆਂ ਵਿੱਚ, ਉਸ ਦੇ ਕਾਨੂੰਨਾਂ ਤੇ ਨਿਯਮਾਂ ਦੇ ਵਿੱਚ ਨਹੀਂ ਸਾਂ। ਅਸੀਂ ਪਰਮੇਸ਼ਵਰ ਦੀ ਆਗਿਆ ਦਾ ਪਾਲਨ ਨਹੀਂ ਕਰਦੇ ਸੀ ਔਰ ਅਸੀਂ ਉਸ ਉੱਤੇ ਅਮਲ ਵੀ ਨਹੀਂ ਕਰਦੇ ਸੀ। ਮੇਰੇ ਅਜ਼ੀਜ਼ੋ, ਅੱਜ ਵੀ ਬਹੁਤ ਸਾਰੇ ਲੋਕ ਤੁਹਾਨੂੰ ਇਸ ਧਰਤੀ ਤੇ ਇਸ ਤਰ੍ਹਾਂ ਦੇ ਮਿਲ ਸਕਦੇ ਨੇ ਜੋ ਪਰਮੇਸ਼ਵਰ ਦੇ ਹੁਕਮਾਂ ਤੇ ਵਿਧੀਆਂ ਨੂੰ ਨਹੀਂ ਮੰਨਦੇ, ਪਰ ਜੋ ਮਨੁੱਖ ਉਹਨਾਂ ਨੂੰ ਕਹਿੰਦੇ ਨੇ ਉਹ ਸਿਰਫ ਉਹਨੂੰ ਹੀ ਮੰਨਦੇ ਨੇ। ਇੱਥੋਂ ਤੱਕ ਕਿ ਉਹ ਤਾਂ ਸਿਰਫ ਮਨੁੱਖਾਂ ਦੀ ਹੀ ਭਗਤੀ ਕਰਨ ਲਈ ਜਾਂਦੇ ਨੇ, ਉਹ ਤਾਂ ਸਿਰਫ ਮਨੁੱਖਾਂ ਦੀ ਹੀ ਸਿਫਤ ਕਰਦੇ ਨੇ, ਉਹ ਤਾਂ ਸਿਰਫ ਇਸ ਸੰਸਾਰ ਤੇ ਹੀ ਉਹਨਾਂ ਨੇ ਪਰਮੇਸ਼ਵਰ ਦਾ ਰੁਤਬਾ ਵੀ ਮਨੁੱਖਾਂ ਨੂੰ ਦੇ ਦਿੱਤਾ ਹੈ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਪਰਮੇਸ਼ਵਰ ਦਾ ਵਚਨ ਕਹਿੰਦਾ ਕਿ ਜਿਹੜੇ ਮਸੀਹ ਵਿੱਚ ਹਨ ਉਹ ਨਵੀਂ ਸ੍ਰਿਸ਼ਟੀ ਹਨ। ਯਾਦ ਰੱਖੋ, ਜੇ ਤੁਸੀਂ ਮਸੀਹ ਵਿੱਚ ਹੋ ਤਾਂ ਤੁਸੀਂ ਨਵੀਂ ਸ੍ਰਿਸ਼ਟੀ ਹੋ। ਪੁਰਾਣੀਆਂ ਗੱਲਾਂ ਬੀਤ ਗਈਆਂ ਤੇ ਸਭ ਕੁਝ ਨਵਾਂ ਹੋ ਗਿਆ। ਹੁਣ ਤੁਸੀਂ ਪੁਰਾਣੇ ਮਨੁੱਖ ਨਹੀਂ ਹੋ, ਹੁਣ ਤੁਸੀਂ ਉਹ ਨਹੀਂ ਹੋ ਜੋ ਪਹਿਲਾਂ ਸੀ। ਬਾਈਬਲ ਦੱਸਦੀ ਹੈ ਕਿ ਤੁਹਾਨੂੰ ਨਵਾਂ ਬਣਾਇਆ ਗਿਆ ਹੈ। ਦੇਖੋ, ਸਾਡੇ ਕੰਨ, ਨੱਕ, ਮੂੰਹ, ਅੱਖਾਂ ਸਭ ਕੁਝ ਤਾਂ ਉਹੀ ਹੈ। ਸਾਡਾ ਸਰੀਰ ਨਹੀਂ ਬਦਲਿਆ, ਸਾਡੇ ਕੱਪੜੇ ਨਹੀਂ ਬਦਲੇ, ਸਾਡਾ ਬਲੱਡ ਗਰੁੱਪ ਨਹੀਂ ਬਦਲਿਆ। ਸਾਡਾ ਕੀ ਬਦਲਿਆ ਹੈ? ਪਰਮੇਸ਼ਵਰ ਸਾਨੂੰ ਨਵੀਂ ਸ੍ਰਿਸ਼ਟੀ ਕਿਉਂ ਕਹਿੰਦੇ ਹਨ? ਕਿਉਂਕਿ ਉਹਨਾਂ ਨੇ ਸਾਡੇ ਦਿਲ ਨੂੰ ਬਦਲਿਆ ਹੈ ਔਰ ਉਹਨਾਂ ਨੇ ਸਾਡੇ ਰੂਹ ਨੂੰ ਬਦਲਿਆ ਹੈ। ਤੁਸੀਂ ਜਾਣਦੇ ਹੋ ਕਿ ਸਰੀਰ ਤਾਂ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਏਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਇੱਕ ਦਿਨ ਅਸੀਂ ਸਭ ਨੇ ਜਿੰਨੇ ਸੰਸਾਰ 'ਚ ਮਿੱਟੀ 'ਚੋਂ ਆਏ ਤੇ ਮਿੱਟੀ ਵਿੱਚ ਮਿਲ ਜਾਂਦੇ ਨੇ, ਪਰ ਜਿਹੜਾ ਰੂਹ ਹੈ, ਜਿਹੜਾ ਆਤਮਾ ਹੈ, ਉਹੀ ਪਰਮੇਸ਼ਰ ਦੇ ਸਾਹਮਣੇ ਨਿਆਂ ਲਈ ਖੜਾ ਹੋਵੇਗਾ। ਸੋ ਮੇਰੇ ਅਜ਼ੀਜ਼ੋ, ਪਰਮੇਸ਼ਵਰ ਨੇ ਸਾਨੂੰ ਅੰਦਰੋਂ ਬਦਲਿਆ ਹੈ, ਪਰਮੇਸ਼ਵਰ ਨੇ ਮਨੁੱਖ ਨੂੰ ਅੰਦਰੋਂ ਬਦਲਿਆ ਹੈ ਔਰ ਇਸ ਲਈ ਪਰਮੇਸ਼ਵਰ ਨੇ ਜਦੋਂ ਸਾਡੇ ਆਤਮਾ ਨੂੰ ਤੇ ਦਿਲ ਦੀ ਗੱਲ ਕੀਤੀ ਹੈ ਤਾਂ ਬਾਈਬਲ ਬਿਆਨ ਕਰਦੀ ਹੈ ਕਿ ਪਰਮੇਸ਼ਵਰ ਨੇ ਅੰਦਰੂਨੀ ਤੌਰ ਤੇ ਸਾਨੂੰ ਚੇਂਜ ਕੀਤਾ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਅੱਜ ਜਿਹੜੇ ਨਹੀਂ ਸਮਝਦੇ, ਅਗਿਆਨਤਾ ਦੇ ਵਿੱਚ ਨੇ, ਉਹ ਕਹਿੰਦੇ ਨੇ ਕਿ ਧਰਮ ਬਦਲਦੇ ਨੇ, ਇਹ ਇਸ ਤਰ੍ਹਾਂ ਕਰਦੇ ਨੇ, ਉਸ ਤਰ੍ਹਾਂ ਕਰਦੇ ਨੇ, ਪਰ ਰਿਐਲਿਟੀ ਇਹ ਹੈ ਕਿ ਪਰਮੇਸ਼ਵਰ ਸਾਡੇ ਦਿਲ ਨੂੰ ਬਦਲਣ ਦੀ ਗੱਲ ਕਰਦੇ ਨੇ। ਜਿਵੇਂ ਕਿ ਅਸੀਂ ਇੱਥੇ ਵੇਖਿਆ ਕਿ ਮੈਂ ਤੁਹਾਨੂੰ ਇੱਕ ਨਵਾਂ ਦਿਲ ਦੇਵਾਂਗਾ। ਜਦੋਂ ਅਸੀਂ ਪੁਰਾਣੇ ਸਾਂ ਤਾਂ ਪਰਮੇਸ਼ਵਰ ਦੀ ਆਗਿਆ ਤੇ ਅਸੀਂ ਨਹੀਂ ਚੱਲਦੇ ਸਾਂ, ਅਸੀਂ ਪਰਮੇਸ਼ਵਰ ਦੇ ਹੁਕਮਾਂ ਤੋਂ ਉਲਟ ਚੱਲਦੇ ਸਾਂ। ਜੋ ਕੁਝ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਅਸੀਂ ਉਸ ਤੋਂ ਉਲਟ ਕੰਮ ਕਰਦੇ ਸੀ। ਪਰ ਪਰਮੇਸ਼ਵਰ ਨੇ ਜਦੋਂ ਸਾਨੂੰ ਨਵਾਂ ਦਿਲ, ਨਵਾਂ ਰੂਹ ਦਿੱਤਾ ਤਾਂ ਅਸੀਂ ਸਮਝੇ ਕਿ ਪਰਮੇਸ਼ਵਰ ਸਾਡੇ ਤੋਂ ਕੀ ਚਾਹੁੰਦਾ ਹੈ ਤੇ ਉਹ ਸਾਡੇ ਤੋਂ ਕੀ ਇੱਛਾ ਰੱਖਦਾ ਹੈ ਕਿ ਅਸੀਂ ਉਸ ਲਈ ਕੀ ਕਰੀਏ। ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਅਸੀਂ ਨਵੀਂ ਸ੍ਰਿਸ਼ਟੀ ਹਾਂ। ਤੇ ਜੇ ਤੁਹਾਡੇ ਵਿੱਚੋਂ ਕਈ ਲੋਕ ਸੋਚਦੇ ਹੋਣਗੇ ਕਿ ਅਸੀਂ ਤਾਂ ਹਜੇ ਪੁਰਾਣੇ ਹਾਂ, ਜਾਂ ਜੇ ਤੁਸੀਂ ਪੁਰਾਣੇ ਹੋ ਤਾਂ ਤੁਹਾਨੂੰ ਅੱਜ ਇੱਕ ਨਵੇਂ ਮਨੁੱਖ ਬਣਨ ਦੀ ਲੋੜ ਹੈ। ਜਿੰਨਾ ਚਿਰ ਕੋਈ ਮਨੁੱਖ ਨਵੇਂ ਸਿਰੋਂ ਪੈਦਾ ਨਾ ਹੋਵੇ ਉਹ ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਇਸ ਲਈ ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਪ੍ਰਾਰਥਨਾ ਦਾ ਸਾਨੂੰ ਜਵਾਬ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਬਾਈਬਲ 'ਚ ਲਿਖਿਆ ਕਿ ਤੁਸੀਂ ਆਪਣੇ ਦਿਲਾਂ ਵਿੱਚ ਹਜੇ ਤੱਕ ਬਦਨੀਤੀਆਂ ਔਰ ਪੁਰਾਣੀ ਇਨਸਾਨੀਅਤ ਜਿਹੜੀ ਹੈ ਉਹ ਹਜੇ ਵੀ ਉਸੇ ਢੰਗ ਨਾਲ ਪ੍ਰਾਰਥਨਾ ਕਰ ਰਹੀ, ਉਸੇ ਢੰਗ ਨਾਲ ਚੱਲ ਰਹੀ ਹੈ, ਤਾਂ ਉਹ ਪਰਮੇਸ਼ਵਰ ਤੋਂ ਆਪਣੀਆਂ ਪ੍ਰਾਰਥਨਾਵਾਂ ਦੇ ਆਨਸਰ ਨਹੀਂ ਪਾ ਪਾਉਂਦੇ। ਮੈਂ ਚਾਹੁੰਦਾ ਕਿ ਤੁਸੀਂ ਇੱਕ ਨਵੀਂ ਸ੍ਰਿਸ਼ਟੀ ਬਣੋ। ਬਾਈਬਲ ਦੱਸਦੀ ਹੈ ਕਿ ਪੁਰਾਣੀਆਂ ਗੱਲਾਂ ਬੀਤ ਗਈਆਂ। ਜਦੋਂ ਤੁਸੀਂ ਪਰਮੇਸ਼ਵਰ ਦੇ ਕੋਲ ਆਉਂਦੇ ਹੋ ਤੇ ਪਰਮੇਸ਼ਵਰ ਦੇ ਕੋਲੋਂ ਮੰਗਦੇ ਹੋ ਕਿ ਪਰਮੇਸ਼ਵਰ ਮੈਨੂੰ ਪਵਿੱਤਰ ਆਤਮਾ ਦਿਓ, ਤਾਂ ਪਰਮੇਸ਼ਵਰ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਜ਼ਰੂਰ ਦੇਵੇਗਾ। ਔਰ ਜਦੋਂ ਪਵਿੱਤਰ ਆਤਮਾ ਤੁਸੀਂ ਪਾ ਲੈਂਦੇ ਹੋ ਤਾਂ ਤੁਸੀਂ ਪਰਮੇਸ਼ਵਰ ਦੇ ਹੁਕਮਾਂ, ਵਿਧੀਆਂ ਤੇ ਨਿਯਮਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੰਦੇ ਹੋ। ਤਾਂ ਤੁਸੀਂ ਸਮਝਦੇ ਹੋ ਕਿ ਪਰਮੇਸ਼ਵਰ ਤੁਹਾਡੇ ਤੋਂ ਕੀ ਚਾਹੁੰਦੇ ਹਨ ਔਰ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨ ਵਾਲੇ ਮਨੁੱਖ ਬਣ ਜਾਓਗੇ। ਔਰ ਇਸ ਲਈ ਜਦੋਂ ਹਿਜ਼ਕੀਏਲ ਦੀ ਕਿਤਾਬ ਦੇ 11 ਅਧਿਆਏ ਦੇ ਵਿੱਚ 19 ਤੇ 20 ਆਇਤ ਨੂੰ ਅਸੀਂ ਦੇਖ ਲਵਾਂਗੇ, ਉੱਥੇ ਵੀ ਪਰਮੇਸ਼ਵਰ ਦਾ ਵਚਨ ਸੇਮ ਇਸੇ ਤਰ੍ਹਾਂ ਕਹਿੰਦਾ ਹੈ, ਅਤੇ ਮੈਂ ਤੁਹਾਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ ਅਤੇ ਪੱਥਰ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਂਸ ਦਾ ਦਿਲ ਦਿਆਂਗਾ, ਤਾਂ ਜੋ ਉਹ ਮੇਰੀਆਂ ਵਿਧੀਆਂ ਉੱਤੇ ਤੁਰਨ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ, ਉਹਨਾਂ ਤੇ ਅਮਲ ਕਰਨ, ਅਤੇ ਉਹ ਮੇਰੀ ਪ੍ਰਜਾ ਹੋਣਗੇ ਤੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ। ਪਰਮੇਸ਼ਵਰ ਪਿਤਾ ਦਾ ਧੰਨਵਾਦ ਹੋਵੇ। ਪਰਮੇਸ਼ਵਰ ਇਸ ਜਗ੍ਹਾ ਤੇ ਬਹੁਤ ਹੀ ਸਪਸ਼ਟਤਾ ਨਾਲ ਕਹਿੰਦੇ ਹਨ ਕਿ ਉਹ ਸਾਨੂੰ ਇੱਕ ਨਵਾਂ ਦਿਲ ਤੇ ਨਵਾਂ ਰੂਹ ਦੇਣਾ ਚਾਹੁੰਦੇ ਹਨ। ਕੀ ਤੁਸੀਂ ਉਸ ਨੂੰ ਲੈਣਾ ਚਾਹੁੰਦੇ ਹੋ? ਜਦੋਂ ਤੁਹਾਨੂੰ ਉਹ ਪਰਮੇਸ਼ਵਰ ਦਿੰਦਾ ਹੈ ਤਾਂ ਕਿਉਂ ਦਿੰਦਾ ਹੈ? 20 ਆਇਤ ਬਿਆਨ ਕਰਦੀ, ਤਾਂ ਜੋ ਮੇਰੀਆਂ ਵਿਧੀਆਂ ਤੇ ਤੁਰਨ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ। ਤੁਸੀਂ ਜਾਣਦੇ ਆ ਕਿ ਪੁਰਾਣਾ ਮਨੁੱਖ ਇਹ ਨਹੀਂ ਕਰ ਸਕਦਾ। ਪੁਰਾਣੀ ਇਨਸਾਨੀਅਤ ਲਾਉਣੀ ਪਵੇਗੀ ਤੇ ਨਵੀਂ ਇਨਸਾਨੀਅਤ ਨੂੰ ਪਹਿਨਣਾ ਪਵੇਗਾ। ਜਿਹੜਾ ਪੁਰਾਣਾ ਮਨੁੱਖ ਹੈ ਉਹ ਆਦਮ ਦੇ ਸੁਭਾਅ ਦੇ ਅਨੁਸਾਰ ਹੈ। ਬਾਈਬਲ ਦੱਸਦੀ ਹੈ ਕਿ ਆਦਮ ਵਿੱਚ ਸਭ ਮਰਦੇ ਨੇ,
ਪਰ ਮਸੀਹ ਵਿੱਚ ਸਭ ਜ਼ਿੰਦਗੀ ਪਾਉਂਦੇ ਹਨ, ਮਸੀਹ ਵਿੱਚ ਸਭ ਜਿਵਾਏ ਜਾਂਦੇ ਹਨ। ਸੋ ਇਸ ਲਈ ਮੇਰੇ ਅਜ਼ੀਜ਼ੋ, ਜਿਹੜਾ ਪੁਰਾਣਾ ਮਨੁੱਖ ਹੈ, ਪੁਰਾਣੀ ਮਨੁੱਖਤਾ ਹੈ, ਉਸ ਨੂੰ ਉਤਾਰ ਕੇ ਸੁੱਟਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਲਾ ਦਿਓਗੇ ਤੇ ਇੱਕ ਨਵੀਂ ਇਨਸਾਨੀਅਤ ਨੂੰ ਪਹਿਨ ਲਵੋਗੇ, ਤਾਂ ਤੁਸੀਂ ਕੀ ਕਰੋਗੇ? ਤਾਂ ਤੁਸੀਂ ਪਰਮੇਸ਼ਰ ਦੀਆਂ ਵਿਧੀਆਂ ਉੱਤੇ ਤੁਰਨ ਅਤੇ ਦੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਪਰਿਪੱਕ ਹੋਵੋਗੇ। ਉਸ ਤੋਂ ਬਾਅਦ ਲਿਖਿਆ, ਤੇ ਉਹਨਾਂ ਤੇ ਅਮਲ ਕਰਨ ਵਾਲੇ ਹੋਵੋਗੇ। ਔਰ ਅਗਲੀ ਗੱਲ ਦੱਸਦੀ ਹੈ ਕਿ ਉਹ ਮੇਰੀ ਪ੍ਰਜਾ ਹੋਣਗੇ ਤੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ। ਇੱਕ ਸਵਾਲ ਇਸ ਜਗ੍ਹਾ ਤੇ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਉਹ ਸਵਾਲ ਇਹ ਹੈ ਕਿ ਅੱਜ ਤਾਂ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਪਰਮੇਸ਼ਵਰ ਦੇ ਹਾਂ, ਅਸੀਂ ਪਰਮੇਸ਼ਰ ਦੇ ਹਾਂ, ਉਹ ਵੀ ਚਰਚ ਪਰਮੇਸ਼ਰ ਦਾ ਹੈ, ਉਹ ਵੀ ਚਰਚ ਪਰਮੇਸ਼ਰ ਦਾ ਹੈ, ਉਹ ਵੀ ਪਾਸਟਰ ਹੈ, ਉਹ ਵੀ ਪਾਸਟਰ ਹੈ, ਉਹ ਵੀ ਵਿਸ਼ਵਾਸੀ ਹੈ, ਉਹ ਵੀ ਵਿਸ਼ਵਾਸੀ। ਕਿਵੇਂ ਫਰਕ ਦਾ ਪਤਾ ਚੱਲਦਾ ਹੈ ਕਿ ਸੱਚੇ ਮਸੀਹ ਤੇ ਝੂਠੇ ਮਸੀਹ ਕਿਹੜੇ ਹਨ? ਕਿਵੇਂ ਤੁਸੀਂ ਪਛਾਣ ਪਾਓਗੇ? ਬਾਈਬਲ ਸਾਨੂੰ ਦੱਸਦੀ ਹੈ ਕਿ ਆਖਰੀ ਸਮੇਂ 'ਚ ਬਹੁਤ ਸਾਰੇ ਝੂਠੇ ਮਸੀਹ ਲੋਕ ਉੱਠ ਖੜੇ ਹੋਣਗੇ, ਬਹੁਤ ਸਾਰੇ। ਮੇਰੇ ਅਜ਼ੀਜ਼ੋ, ਥੋੜ੍ਹੇ ਜਿਹੇ ਨਹੀਂ, ਬਹੁਤ ਸਾਰੇ। ਔਰ ਅੱਜ ਵੀ ਬਹੁਤ ਸਾਰੇ ਲੋਕ ਝੂਠੇ ਮਸੀਹ ਉੱਠ ਖੜੇ ਹੋਏ ਹਨ, ਜਿਹੜੇ ਆਪਣੇ ਆਪ ਨੂੰ ਸਿਰਫ ਉੱਚਾ ਕਰਨਾ ਚਾਹੁੰਦੇ ਹਨ, ਆਪਣੇ ਨਾਮ ਨੂੰ ਉੱਚਾ ਕਰਨ ਲਈ, ਆਪਣੇ ਆਪ ਨੂੰ ਫੇਮਸ ਕਰਨ ਲਈ, ਆਪਣੇ ਗਲ 'ਚ ਹਾਰ ਪਾਉਣ ਲਈ, ਸਿਰਫ ਆਪਣੇ ਆਪ ਨੂੰ ਹੀ ਫੇਮਸ ਕਰਨ ਲਈ ਇਹ ਸਭ ਕੁਝ ਕਰਨਾ ਚਾਹੁੰਦੇ ਹਨ। ਬਾਈਬਲ ਦੱਸਦੀ ਹੈ ਕਿ ਕਿਵੇਂ ਅਸੀਂ ਪਛਾਣ ਸਕਦੇ ਹਾਂ ਕਿ ਨਵਾਂ ਦਿਲ ਪਾਇਆ ਹੋਇਆ, ਨਵਾਂ ਰੂਹ ਪਾਇਆ ਹੋਇਆ ਵਿਅਕਤੀ ਪਰਮੇਸ਼ਵਰ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਔਰ ਮੈਂ ਜਦੋਂ ਇਸ ਚੀਜ਼ ਨੂੰ ਬੜੇ ਧਿਆਨ ਨਾਲ ਸੁਣਦਾ ਹਾਂ ਤੇ ਪੜ੍ਹਦਾ, ਵੇਖਣ ਵਾਲੀ ਗੱਲ ਇਹ ਹੈ ਕਿ ਕੌਣ ਪਰਮੇਸ਼ਰ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਚਲੋ ਮੈਂ ਇੱਕ ਫੋਰ ਐਗਜ਼ਾਮਪਲ ਪੁਰਾਣੇ ਨੇਮ ਦੀ ਉਦਾਹਰਣ ਦੇ ਕੇ ਗੱਲ ਕਰਾਂਗਾ, ਤੁਸੀਂ ਸਾਰੇ ਧਿਆਨ ਨਾਲ ਸੁਣ ਲਵੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅੱਜ ਵੀ ਬਹੁਤ ਸਾਰੇ ਚਰਚ ਜਿਹੜੇ ਨੇ ਉਹ ਬੰਦ ਪਏ ਹਨ ਔਰ ਉਹ ਡਰਦੇ ਹਨ ਕਿ ਸਾਡੇ ਤੇ ਕੋਈ ਕਾਰਵਾਈ ਨਾ ਹੋ ਜਾਵੇ, ਔਰ ਉਹ ਪ੍ਰਾਰਥਨਾ ਨਹੀਂ ਕਰ ਪਾ ਰਹੇ। ਮੈਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦਾ ਕਿ ਸਾਡੇ ਅੰਦਰ ਇਸ ਚੀਜ਼ ਦੇ ਲਈ ਇੱਕ ਜਜ਼ਬਾ, ਇੱਕ ਜਨੂਨ ਪਰਮੇਸ਼ਰ ਨੇ ਪੈਦਾ ਕੀਤਾ ਕਿ ਪਰਮੇਸ਼ਰ ਦੇ ਲੋਕਾਂ ਦੀ ਹੁਣ ਜ਼ਿਆਦਾ ਜ਼ਰੂਰਤ ਹੈ, ਹੁਣ ਜ਼ਿਆਦਾ ਲੋਕਾਂ ਨੂੰ ਪ੍ਰਾਰਥਨਾ ਦੀ ਲੋੜ ਹੈ। ਜਦੋਂ ਮਹਾਂਮਾਰੀ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਲੁਕ ਜਾਂਦੇ ਹਨ, ਛੁਪ ਜਾਂਦੇ ਨੇ ਤੇ ਪ੍ਰਾਰਥਨਾ ਵੀ ਨਹੀਂ ਹੁੰਦੀ। ਔਰ ਲੋਕ, ਬਿਮਾਰ ਲੋਕ ਸੜਕਾਂ ਤੇ ਘੁੰਮਦੇ ਨੇ, ਉਹ ਹਸਪਤਾਲਾਂ 'ਚ ਧੱਕੇ ਖਾਂਦੇ ਨੇ, ਉਹਨਾਂ ਲਈ ਪ੍ਰਾਰਥਨਾ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ। ਮੇਰੇ ਅਜ਼ੀਜ਼ੋ, ਫਿਰ ਕਿਉਂ ਚਰਚ ਬੰਦ ਪਏ ਨੇ? ਮੈਂ ਇਸ ਗੱਲ ਲਈ ਬੜਾ ਹੈਰਾਨ ਹਾਂ। ਔਰ ਇਸ ਲਈ ਮੈਂ ਅੱਜ ਤੁਹਾਡੇ ਤੋਂ ਵੀ ਇਹ ਸਵਾਲ ਪੁੱਛਦਾ ਕਿ ਪਰਮੇਸ਼ਰ ਦਾ ਕਾਨੂੰਨ ਇਹ ਨਹੀਂ ਕਹਿੰਦਾ ਕਿ 6 ਦਿਨ ਕੰਮ ਕਰੋ ਤੇ 7ਵੇਂ ਦਿਨ ਆਪਣੇ ਪ੍ਰਭੂ ਪਰਮੇਸ਼ਰ ਦੇ ਲਈ ਤੁਸੀਂ ਉਸ ਦਿਨ ਨੂੰ ਪਾਕ ਜਾਣ ਕੇ ਚੇਤੇ ਰੱਖਣਾ। ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਵਰ ਨੇ ਇੱਕ ਨਿਯਮ ਬਣਾਇਆ ਕਿ ਇਸ ਦੇ ਅਨੁਸਾਰ ਜਦੋਂ ਅਸੀਂ 10 ਕਮੈਂਡਮੈਂਟਸ ਦੇ ਵਿੱਚ ਪੜ੍ਹਦੇ ਹਾਂ ਤਾਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ 7ਵੇਂ ਦਿਨ ਨੂੰ ਪਾਕ ਮੰਨ ਕੇ ਚੇਤੇ ਰੱਖਣਾ। ਔਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਇਸ ਨਿਯਮ ਨੂੰ ਭੁੱਲ ਚੁੱਕੇ ਨੇ, ਇਸ ਨਿਯਮ ਨੂੰ ਗਵਾ ਚੁੱਕੇ ਨੇ। ਹਾਲਾਂਕਿ ਕੁਝ ਇਹੋ ਜਿਹੇ ਲੋਕ ਵੀ ਹਨ, ਇਹੋ ਜਿਹੇ ਪਾਸਟਰ ਵੀ ਹਨ, ਜੇ ਅਸੀਂ ਚਰਚ ਬੰਦ ਕੀਤਾ ਹੋਇਆ ਹੈ ਤਾਂ ਉਹ ਚਾਹੁੰਦੇ ਨੇ ਕਿ ਜੇ ਅਸੀਂ ਬੰਦ ਕੀਤਾ ਤਾਂ ਬਾਕੀਆਂ ਦਾ ਵੀ ਬੰਦ ਹੋਣਾ ਚਾਹੀਦਾ ਹੈ। ਸੋ ਮੇਰੇ ਅਜ਼ੀਜ਼ੋ, ਕਿਤੇ ਨਾ ਕਿਤੇ ਅਸੀਂ ਇਸ ਚੀਜ਼ ਨੂੰ ਵੇਖਦੇ ਹਾਂ ਕਿ ਉਹ ਪੁਰਾਣੀ ਇਨਸਾਨੀਅਤ ਜਾਂ ਪੁਰਾਣਾ ਦਿਲ ਜਾਂ ਪੁਰਾਣਾ ਆਤਮਾ ਜੋ ਪਰਮੇਸ਼ਵਰ ਦੇ ਨਿਯਮਾਂ ਨੂੰ ਜਾਂ ਪਰਮੇਸ਼ਵਰ ਦੇ ਕਾਨੂੰਨਾਂ ਨੂੰ ਜਾਂ ਪਰਮੇਸ਼ਵਰ ਦੇ ਪਿਆਰ ਨੂੰ ਨਹੀਂ ਸਮਝਦਾ। ਇਸ ਲਈ ਜਦੋਂ ਤੱਕ ਉਹ ਪਰਮੇਸ਼ਵਰ ਦੇ ਦਿਲ ਪਰ ਪਿਆਰ ਨੂੰ ਨਹੀਂ ਸਮਝਦਾ ਤਾਂ ਤੁਸੀਂ ਇਸ ਗੱਲ ਦਾ ਆਪ ਹੀ ਅੰਦਾਜ਼ਾ ਲਗਾ ਲਵੋ ਕਿ ਇਸ ਜਗ੍ਹਾ ਤੇ ਬਾਈਬਲ ਕਹਿੰਦੀ ਹੈ ਕਿ ਜਿਹੜਾ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਵਾਲਾ ਹੈ ਅਤੇ ਉਹਨਾਂ ਤੇ ਅਮਲ ਕਰਨ ਵਾਲਾ, ਉਹ ਮੇਰੀ ਪ੍ਰਜਾ ਹੋਣਗੇ ਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। ਪਰਮੇਸ਼ਵਰ ਕਿਹਨਾਂ ਦਾ ਪਰਮੇਸ਼ਵਰ ਕਹਿਲਾਵੇਗਾ? ਜਿਹੜੇ ਪਰਮੇਸ਼ਵਰ ਦੇ ਵਿਧੀਆਂ, ਕਾਨੂੰਨਾਂ, ਨਿਯਮਾਂ ਦੀ ਪਾਲਣਾ ਕਰਦੇ ਹਨ। ਤੇ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਨਵਾਂ ਦਿਲ, ਨਵਾਂ ਰੂਹ ਦਵਾਂਗਾ। ਕਿਉਂ ਦਵੇਗਾ ਪਰਮੇਸ਼ਰ? ਤਾਂ ਜੋ ਅਸੀਂ ਪਰਮੇਸ਼ਰ ਦੇ ਉਹਨਾਂ ਵਿਧੀਆਂ ਤੇ ਤੁਰਨ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਉਹਨਾਂ ਦੇ ਅਮਲ ਕਰਨ ਤੇ ਉਹ ਮੇਰੀ ਪ੍ਰਜਾ ਹੋਣਗੇ। ਬਾਈਬਲ ਦੱਸਦੀ ਹੈ ਕਿ ਫਿਰ ਪਰਮੇਸ਼ਰ ਆਖਦਾ ਕਿ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ। ਸੋ ਮੈਂ ਬਹੁਤ ਹੀ ਅੱਜ ਇਸ ਵਚਨ ਦੇ ਦੁਆਰਾ ਖੁਸ਼ ਹਾਂ ਤੁਹਾਨੂੰ ਇਸ ਵਚਨ ਨੂੰ ਦੱਸ ਕੇ, ਔਰ ਪਰਮੇਸ਼ਰ ਨੇ ਜੋ ਸੁਨੇਹਾ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ ਦਿੱਤਾ ਹੈ, ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤਾ ਹੈ। ਹੁਣ ਜ਼ਰੂਰੀ ਹੈ ਕਿ ਅਸੀਂ ਇੱਕ ਨਵਾਂ ਦਿਲ ਤੇ ਨਵਾਂ ਰੂਹ ਆਪਣੇ ਅੰਦਰ ਰੱਖੀਏ ਔਰ ਪਰਮੇਸ਼ਵਰ ਤੋਂ ਇੱਕ ਉਸ ਨਵੇਂ ਦਿਲ ਨੂੰ ਲਈਏ। ਯਾਦ ਰੱਖੀਏ ਕਿ ਇੱਕ ਦਿਲ, ਪਰਮੇਸ਼ਰ ਨੇ ਕਿਹਾ ਕਿ ਮੈਂ ਉਹਨਾਂ ਨੂੰ ਇੱਕ ਦਿਲ ਦਵਾਂਗਾ। ਇੱਕ ਦਿਲ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਦਿਲ, ਇੱਕ ਮਨ, ਇੱਕ ਚਿੱਤ ਦੀ ਭਗਤੀ ਬਹੁਤ ਕੁਝ ਕਰ ਸਕਦੀ ਹੈ। ਬਹੁਤ ਵਾਰ ਲੋਕ ਬਹੁਤ ਹੀ ਕੀ ਹੁੰਦੇ ਨੇ, ਦੋ ਦਿਲੀ ਹੁੰਦੇ ਨੇ, ਦੋ ਵਿਚਾਰਾਂ ਵਾਲੇ ਹੁੰਦੇ ਨੇ। ਤੁਹਾਨੂੰ ਪਤਾ ਹੈ ਕਿ ਏਲੀਆ ਨੇ ਉਸ ਵਕਤ ਬਾਲ ਦੇਵਤਾ ਦੇ ਪੁਜਾਰੀ ਨੂੰ ਕਿਹਾ ਸੀ ਕਿ ਤੁਸੀਂ ਕਦੋਂ ਤੱਕ ਦੋ ਵਿਚਾਰਾਂ ਵਿੱਚ ਲਟਕੇ ਰਹੋਗੇ? ਜੇ ਸਾਡਾ ਪਰਮੇਸ਼ਰ ਹੈ ਤਾਂ ਉਸ ਦੀ ਉਪਾਸਨਾ ਕਰੋ, ਜੇ ਤੁਹਾਡਾ ਦੇਵਤਾ ਰੱਬ ਹੈ ਤਾਂ ਤੁਸੀਂ ਉਸ ਦੀ ਉਪਾਸਨਾ ਕਰੋ।
ਪਰ ਉਸਨੇ ਕਿਹਾ ਕਿ ਅੱਜ ਮੈਂ ਸਾਬਿਤ ਕਰ ਦਾਂਗਾ ਕਿ ਮੇਰਾ ਪਰਮੇਸ਼ਵਰ ਹੀ ਸੱਚਾ ਪਰਮੇਸ਼ਵਰ ਹੈ। ਤੁਸੀਂ ਜਾਣਦੇ ਹੋ ਕਿ ਉਹ ਦੋ ਦਿਲੀ ਵਿੱਚ ਲਟਕੇ ਹੋਏ ਲੋਕ ਸਨ। ਦੋ ਦਿਲੀ ਵਿੱਚ ਕਿਉਂ ਲਟਕੇ ਹੋਏ ਸਨ? ਜਦੋਂ ਏਲੀਆ ਨੇ ਪ੍ਰਾਰਥਨਾ ਕੀਤੀ, ਪਰਮੇਸ਼ਵਰ ਜਿੰਨਾ ਚਿਰ ਮੈਂ ਪ੍ਰਾਰਥਨਾ ਨਹੀਂ ਕਰਾਂਗਾ ਆਕਾਸ਼ ਤੋਂ ਮੀਂਹ ਨਹੀਂ ਪੈਣਾ ਚਾਹੀਦਾ, ਨਾ ਉਸ ਪੈਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਕਿ 3.5 ਸਾਲ ਲਈ ਪਰਮੇਸ਼ਵਰ ਨੇ ਆਕਾਸ਼ ਬੰਦ ਕਰ ਦਿੱਤਾ ਤੇ ਨਾ ਤਾਂ ਮੀਂਹ ਪਿਆ ਤੇ ਨਾ ਤਰੇਲ ਪਈ। ਔਰ ਉਸ ਵਕਤ ਉਹ ਲੱਭ ਰਹੇ ਸਨ ਏਲੀਆ ਨੂੰ, ਔਰ ਏਲੀਆ ਤੋਂ ਪ੍ਰਾਰਥਨਾ ਦੀ ਮੰਗ ਕਰ ਰਹੇ ਸਨ ਕਿ ਏਲੀਆ ਤੁਸੀਂ ਪ੍ਰਾਰਥਨਾ ਕਰੋ ਕਿ ਮੀਂਹ ਪੈ ਜਾਵੇ। ਤਾਂ ਜਦੋਂ ਪ੍ਰਾਰਥਨਾ ਲਈ ਅੱਜ ਵੀ ਤੁਸੀਂ ਵੇਖਦੇ ਹੋ ਬਹੁਤ ਸਾਰੇ ਲੋਕ ਇਹੋ ਜਿਹੇ ਨੇ, ਉਹ ਕਹਿੰਦੇ ਨੇ ਮੈਂ ਉਹਨੂੰ ਮੰਨਦਾ ਹਾਂ, ਮੈਂ ਇਹਨੂੰ ਮੰਨਦਾ ਹਾਂ, ਮੈਂ ਉਹਨੂੰ ਮੰਨਦਾ ਹਾਂ, ਬਹੁਤ ਕੁਝ ਦੱਸਦੇ ਨੇ, ਪਰ ਪ੍ਰਾਰਥਨਾ ਲਈ ਉਹ ਪਰਮੇਸ਼ਰ ਦੇ ਲੋਕਾਂ ਕੋਲ ਆਉਂਦੇ ਨੇ ਤੇ ਉਹ ਕਹਿੰਦੇ ਨੇ ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ, ਬਸ ਸਿਰਫ ਪ੍ਰਾਰਥਨਾ ਕਰਵਾਉਣਾ ਚਾਹੁੰਦੇ ਨੇ। ਮੇਰੇ ਅਜ਼ੀਜ਼ੋ, ਪ੍ਰਾਰਥਨਾ ਹੀ ਸਿਰਫ ਕਰਵਾਉਣਾ ਚਾਹੁੰਦੇ ਨੇ, ਪਰ ਉਸ ਤੋਂ ਬਾਅਦ ਉਹ ਪਰਮੇਸ਼ਰ ਪਿੱਛੇ ਚੱਲਣਾ ਨਹੀਂ ਚਾਹੁੰਦੇ। ਤਾਂ ਉਸ ਵਕਤ ਇਸੇ ਤਰ੍ਹਾਂ ਜਦੋਂ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਦੇ ਦਾਸ ਏਲੀਆ ਨੇ ਕਿਹਾ ਕਿ ਤੁਸੀਂ ਕਿੰਨਾ ਚਿਰ ਦੋ ਵਿਚਾਰਾਂ ਵਿੱਚ ਲਟਕੇ ਰਹੋਗੇ? ਪ੍ਰਾਰਥਨਾ ਲਈ ਤਾਂ ਤੁਸੀਂ ਮੇਰੇ ਕੋਲ ਆਏ ਹੋ, ਪਰ ਪੂਜਾ ਲਈ ਤੁਸੀਂ ਕਿਸੇ ਹੋਰ ਦੇ ਕੋਲ ਜਾਂਦੇ ਹੋ। ਜਾਓ, ਅੱਜ ਤੁਸੀਂ ਆਪਣੇ ਦੇਵਤਾ ਨੂੰ ਪੁਕਾਰ ਕੇ ਕਹੋ ਕਿ ਦੇਵਤਾ ਜੇ ਤੂੰ ਜਿਉਂਦਾ, ਜੇ ਤੂੰ ਰੱਬ ਹੈ ਤਾਂ ਆਕਾਸ਼ ਤੋਂ ਅੱਗ ਭੇਜ। ਤਾਂ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਦੁਹਾਈ ਪਾਈ, ਆਪਣੇ ਆਪ ਨੂੰ ਲਹੂ ਲੁਹਾਨ ਕੀਤਾ, ਪਰ ਕਿਸੇ ਦੇਵਤੇ ਨੇ ਕੁਝ ਵੀ ਨਹੀਂ ਕੀਤਾ। ਪਰ ਜਦੋਂ ਏਲੀਆ ਦੀ ਬਾਰੀ ਆਈ ਤਾਂ ਏਲੀਆ ਨੇ ਉਸੇ ਵੇਦੀ ਨੂੰ, ਜਿਹੜੀ ਸੁੱਕੀ ਵੇਦੀ ਸੀ, ਪਾਣੀ ਨਾਲ ਭਿਉਂ ਦਿੱਤਾ, ਔਰ ਪਾਣੀ ਉਸਦੇ ਚਾਰੋਂ ओर ਉਹ ਜਿਹੜੀ ਖਾਈ ਪੁੱਟੀ ਗਈ ਸੀ ਉਹਦੇ ਵਿੱਚ ਵੀ ਭਰ ਗਿਆ। ਔਰ ਉਸਨੇ ਪਰਮੇਸ਼ਰ ਤੋਂ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਨੇ ਅੱਗ ਭੇਜੀ ਤੇ ਉਸ ਨੂੰ ਜਵਾਬ ਦਿੱਤਾ। ਮੇਰੇ ਅਜ਼ੀਜ਼ੋ, ਅੱਜ ਵੀ ਪਰਮੇਸ਼ਰ ਉਹੀ ਹੈ। ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਇਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਅੱਖਾਂ ਨੂੰ ਖੋਲੀਏ ਤੇ ਜਾਣੀਏ ਕਿ ਸੱਚਾ ਜਿਉਂਦਾ ਮੁਕਤੀਦਾਤਾ ਪ੍ਰਭੂ ਕੌਣ ਹੈ ਤੇ ਉਹ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ। ਮੇਰੇ ਅਜ਼ੀਜ਼ੋ, ਪਰਮੇਸ਼ਰ ਅੱਜ ਵੀ ਉਹੀ ਪਰਮੇਸ਼ਰ ਹੈ ਜਿਹੜਾ ਪਰਮੇਸ਼ਰ ਉਸ ਵਕਤ ਅੱਗ ਨਾਲ ਜਵਾਬ ਦਿੰਦਾ ਸੀ। ਅੱਜ ਵੀ ਪਰਮੇਸ਼ਰ ਤੁਹਾਨੂੰ ਜਵਾਬ ਦੇ ਸਕਦਾ ਹੈ, ਪਰ ਉਹ ਇੱਕ ਨਵੇਂ ਦਿਲ ਔਰ ਨਵੇਂ ਰੂਹ ਨੂੰ ਤੁਹਾਨੂੰ ਦੇਣਾ ਚਾਹੁੰਦਾ ਤਾਂ ਕਿ ਤੁਸੀਂ ਦੇ ਨਿਯਮਾਂ, ਹੁਕਮਾਂ ਤੇ ਵਿਧੀਆਂ ਨੂੰ ਸਮਝ ਸਕੋ ਤੇ ਉਸ ਦੇ ਉੱਤੇ ਚੱਲ ਸਕੋ, ਉਸ ਤੇ ਪਾਲਣਾ ਕਰ ਸਕੋ। ਅੱਜ ਵੀ ਮੈਂ ਕਹਿਣਾ ਚਾਹੁੰਦਾ, ਬਹੁਤ ਸਾਰੇ ਲੋਕ ਸਿਰਫ ਪ੍ਰਾਰਥਨਾ ਲਈ ਪਰਮੇਸ਼ਰ ਦੇ ਕੋਲ ਆਉਂਦੇ ਨੇ, ਮਤਲਬ ਲਈ ਪਰਮੇਸ਼ਰ ਕੋਲ ਆਉਂਦੇ ਨੇ ਕਿ ਪਰਮੇਸ਼ਰ ਸਾਡੇ ਲਈ ਇਹ ਕਰਦੇ, ਸਾਡੇ ਲਈ ਇਹ ਕਰਦੇ, ਪਰ ਉਹ ਇਹ ਨਹੀਂ ਜਾਣਦੇ ਕਿ ਪਰਮੇਸ਼ਰ ਉਹਨਾਂ ਤੋਂ ਕੀ ਚਾਹੁੰਦਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਪਰਮੇਸ਼ਰ ਨਵਾਂ ਦਿਲ, ਨਵਾਂ ਰੂਹ ਦਿੰਦੇ ਨੇ ਤਾਂ ਉਹ ਇਸ ਗੱਲ ਨੂੰ ਸਾਡੇ ਤੇ ਪ੍ਰਗਟ ਕਰਦੇ ਨੇ ਕਿ ਉਹ ਸਾਡੇ ਤੋਂ ਕੀ ਚਾਹੁੰਦੇ ਹਨ। ਅਸੀਂ ਉਸ ਦੇ ਨਿਯਮਾਂ ਤੇ ਉਸ ਦੀਆਂ ਵਿਧੀਆਂ ਨੂੰ ਸਮਝ ਸਕਾਂਗੇ। ਮੇਰੇ ਅਜ਼ੀਜ਼ੋ, ਪਰਮੇਸ਼ਰ ਨੂੰ ਸਭ ਪਤਾ ਕਿ ਸਾਨੂੰ ਕੀ ਚਾਹੀਦਾ ਹੈ, ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਪਰਮੇਸ਼ਰ ਸਾਡੇ ਤੋਂ ਕੀ ਚਾਹੁੰਦੇ ਹਨ। ਮੈਂ ਜਾਣਦਾ ਕਿ ਪਰਮੇਸ਼ਰ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਜ਼ਰੂਰ ਆਸ਼ੀਸ਼ਿਤ ਕਰਨਗੇ, ਔਰ ਅੱਜ ਇਸ ਵਚਨ ਦੇ ਦੁਆਰਾ ਅਗਰ ਤੁਸੀਂ ਆਸ਼ੀਸ਼ ਪਾਈ ਹੈ ਤਾਂ ਬਹੁਤਿਆਂ ਤੱਕ ਤੁਸੀਂ ਇਸ ਆਸ਼ੀਸ਼ ਨੂੰ ਪਹੁੰਚਾ ਸਕਦੇ ਹੋ। ਇਸ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਲੋਕਾਂ ਤੱਕ ਪਰਮੇਸ਼ਰ ਦਾ ਵਚਨ ਪਹੁੰਚਾ ਸਕਦੇ ਹੋ, ਸਭ ਜਾਣ ਪਛਾਣ ਵਾਲਿਆਂ ਤੱਕ, ਜਿਹੜੇ ਪ੍ਰਭੂ ਵਿੱਚ ਹਨ ਉਹਨਾਂ ਤੱਕ ਵੀ, ਜਿਹੜੇ ਨਹੀਂ ਹਨ ਉਹਨਾਂ ਤੱਕ ਵੀ, ਤਾਂ ਕਿ ਉਹ ਲੋਕ ਵੀ ਪਰਮੇਸ਼ਰ ਦੇ ਵਚਨ ਨੂੰ ਸਮਝ ਸਕਣ। ਸਾਰਿਆਂ ਨੂੰ ਜੈ ਮਸੀਹ ਦੀ। ਗॉड ਬlesਸ ਯੂ। ਸ਼ਾਲੋਮ।